औरत की बॉडी का स्ट्रक्चर दसदा है कि ये समस्या जिहड़ी हुण आउण वाली है। बेढका जिहा शरीर बन जाता, किसी की चर्बी बाहर निकले, किसी का साइड बाहर निकले, किसी के थाई बाहर निकले, किसी के पट मोटे हो गए, किसी की बॉडी बहुत ज़्यादा मोटी हो गई, किसी की बॉडी का स्ट्रक्चर जो बच्चे नूं ते तुसी मैरिज तो बाद 5-7 साल बाद देखते हो तो तुसी आप नहीं पछाण सकते, और उम्र तो पहले ही बंदा बुढ़ा जिहा होना लग जाता। माहवारी जिहड़ी 18 साल 17 साल तक आनी चाहिए है। अज के टाइम के हीट वधन के नालों 10 साल तक कुड़ियां दे विच माहवारी की जिहड़ी आना शुरू हो गई है। जे अगे 18-20 साल के ब्रैसट की ग्रोथ होंदी सी, अज 10 साल दी कुड़ियां दे विच ब्रैसट की ग्रोथ हो रही है। जदों ड्रॉपिंग सिस्टम चलदी है उहदे नाल तुहाडी गृहस्थी जिंदगी, क्योंकि तुहानूं वो आनंद जिहड़ा गृहस्थ दा आउणा चाहीदा ना आउण करके भी ਤੁਹਾਡੀ ਗ੍ਰਸਤੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਫੈਕਟ ਕਰਦਾ ਹੈ। ਬਚਾਅ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਘਰਾਂ ਦੇ ਵਿੱਚ ਰਹਿ ਕੇ ਕਿ ਸਾਨੂੰ ਇਹ ਸਮੱਸਿਆ ਆਵੇ ਹੀ ਨਾ? ਆਯੁਰਵੇਦ ਦੇ ਵਿੱਚ ਇਹਦੇ ਬਹੁਤ ਸਾਰੇ ਇਲਾਜ ਹੈਗੇ, ਲੇਕਿਨ ਇਲਾਜ ਤਾਂ ਕਾਮਯਾਬ ਹੋਣਾਗਾ ਜੇ ਤੁਸੀਂ ਉਸ ਚੀਜ਼ ਦੇ ਉੱਤੇ ਪੂਰੇ ਪਰਪੱਕ। ਜਦੋਂ ਤੁਹਾਨੂੰ ਮਾਹਵਾਰੀ ਆਉਂਦੀ ਹੈ, ਮਾਹਵਾਰੀ ਦੇ ਵਿੱਚ ਦੁੱਧ ਤੋਂ ਬਣੀਆਂ ਚੀਜ਼ਾਂ ਬਿਲਕੁਲ ਨਾ ਖਾਣ। ਜਦੋਂ ਤੁਸੀਂ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਂਦੇ ਹੋ। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੱਕ ਵਾਰ ਫੇਰ ਬੜਾ ਹੀ ਨਵੇਕਲਾ ਵਿਸ਼ਾ ਲੈ ਕੇ ਸਿਹਤ ਨਾਲ ਸੰਬੰਧਿਤ ਤੁਹਾਡੇ ਰੂਬਰੂ ਹਾਂ। ਅੱਜ ਅਸੀਂ ਵਿਸ਼ਾ ਛੇੜਨ ਲੱਗੇ ਹਾਂ, ਉਹ ਵਿਸ਼ਾ ਜਿਸ ਨੂੰ ਲੈ ਕੇ ਅੱਜ ਕੱਲ੍ਹ ਇੰਨਾ ਜ਼ਿਆਦਾ ਮਿਸਗਾਈਡ ਔਰ ਮਿਸਲੀਡ ਕੀਤਾ ਜਾ ਰਿਹਾ ਹੈ ਔਰਤਾਂ ਨੂੰ ਖਾਸ ਕਰਕੇ, ਕਿ ਕਈ ਵਾਰ ਹਾਲਾਤ ਇਹ ਹੋ ਜਾਂਦੇ ਨੇ ਕਿ ਅਸੀਂ ਥੋੜ੍ਹੀ ਬਿਮਾਰੀ ਨੂੰ ਬਹੁਤ ਜ਼ਿਆਦਾ ਵਧਾ ਲੈਂਦੇ ਹਾਂ। ਉਹ ਬਿਮਾਰੀ ਜੋ ਇਸ ਵੇਲੇ ਆਮ ਕਰਕੇ ਹਰ ਇੱਕ ਘਰ ਦੇ ਵਿੱਚ ਹੈ ਜਿਹੜੀ ਉਹ ਪਨਪ ਰਹੀ ਹੈ, ਜਿਸ ਨੂੰ PCOD ਕਿਹਾ ਜਾਂਦਾ ਹੈ। ਔਰਤਾਂ ਨਾਲ ਸੰਬੰਧਿਤ ਇਹ ਬਿਮਾਰੀ ਹੈ। ਕੀ ਬਿਮਾਰੀ ਹੈ, ਕਿਵੇਂ ਔਰਤਾਂ ਦਾ ਜਿਹੜਾ ਸਰੀਰਕ ਬਣਤਰ ਹੈ, ਮਾਨਸਿਕ ਪੱਧਰ ਹੈ, ਉਸ ਨੂੰ ਕੁਝ ਕੁ ਸਮੇਂ ਵਿੱਚ ਹੀ ਇਹ ਬਦਲਾ ਕੇ ਰੱਖ ਦਿੰਦੀ ਹੈ। ਗੱਲਬਾਤ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਵੈਦ ਜਗਦੀਪ ਜੀ ਨੇ, ਉਹਨਾਂ ਨਾਲ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇੰਨੇ ਵੱਡੇ ਪੱਧਰ ਦੇ ਉੱਤੇ ਔਰਤਾਂ ਦੇ ਵਿੱਚ ਇਹ ਬਿਮਾਰੀ ਕਿਉਂ ਫੈਲ ਰਹੀ ਹੈ, ਇਸ ਦੇ ਸੰਕੇਤ ਕੀ ਹੁੰਦੇ ਨੇ ਤੇ ਇਸ ਨੂੰ ਰੋਕਿਆ ਕਿਵੇਂ ਜਾ ਸਕਦਾ ਤੇ ਇਸ ਦਾ ਇਲਾਜ ਕੀ ਹੈ। ਵੈਸੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ, ਤੁਹਾਡੇ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਚੀਜ਼ ਨੂੰ ਸਮਝਿਆ ਜੀ। ਵੈਸੇ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਾਓ ਕਿ PCOD ਦਾ ਜਿਹੜਾ ਮਤਲਬ ਕੀ ਹੈ, ਕੀ ਬਿਮਾਰੀ ਹੈ ਇਹ, ਔਰ ਇਸ ਨਾਲ ਔਰਤ ਦੇ ਵਿੱਚ ਕੁਝ ਹੀ ਸਮੇਂ ਦੇ ਵਿੱਚ ਕੀ ਬਦਲਾਅ ਆ ਜਾਂਦੇ ਨੇ? ਦੇਖੋ ਜੀ, ਇਸ ਤਰ੍ਹਾਂ ਹੈ ਵੀ ਜਿਹੜਾ PCOD ਆਪਾਂ ਇਹਨੂੰ ਅੰਗਰੇਜ਼ੀ ਨੂੰ ਛੱਡ ਕੇ, ਕਿਉਂਕਿ ਆਪਾਂ ਆਮ ਦੇਸੀ ਲੋਕ ਹਾਂ, ਤੇ ਸਿੰਪਲ ਤੌਰ ਤੇ ਜਿਵੇਂ ਤੁਹਾਨੂੰ ਸਮਝਾਵਾਂ ਕਿ ਜਿਨ੍ਹਾਂ ਨੂੰ ਲਕੋਰੀਆ ਆਪਾਂ ਕਹਿ ਦਿੰਦੇ ਹਾਂ ਲੇਡੀਜ਼ ਦੇ ਵਿੱਚ, ਇਹਨੂੰ ਲਕੋਰੀਆ ਵੀ ਕਹਿ ਸਕਦੇ ਹਾਂ, ਇਹਨੂੰ ਡ੍ਰੌਪਿੰਗ ਸਿਸਟਮ ਵੀ ਕਹਿ ਸਕਦੇ ਹਾਂ, ਇਹਨੂੰ ਹਾਰਮੋਨਸ ਦਾ ਇਨਬੈਲੈਂਸ ਵੀ ਕਹਿ ਸਕਦੇ ਹਾਂ। ਔਰਤਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਔਰਤਾਂ ਸ਼ਾਦੀशुदा ਨੇ ਜੀ, ਉਹਨਾਂ ਦੇ ਅੰਦਰ ਖਾਣ ਪੀਣ ਦੀ ਬਣਤਰ ਚੇਂਜ ਹੁੰਦੀ ਹੈ। ਜਿਵੇਂ ਤੁਸੀਂ ਕੁਆਰੇ ਬੱਚੇ ਨੂੰ ਦੇਖੋਗੇ, ਬਿਲਕੁਲ ਸਿੰਪਲ ਸਰੀਰ ਆ ਉਹਨਾਂ ਦਾ, ਕਿਉਂਕਿ ਉਹਨਾਂ ਦੇ ਹਾਰਮੋਨਸ ਉਸ ਤਰੀਕੇ ਦੇ ਨਾਲ ਬਣਤਰ ਦੇ ਮੁਤਾਬਕ ਢਲੇ ਹੁੰਦੇ ਆ। ਮਾਹਵਾਰੀ ਜਿਹੜੀ 18 ਸਾਲ 17 ਸਾਲ ਤੱਕ ਆਉਣੀ ਚਾਹੀਦੀ ਆ। ਅੱਜ ਦੇ ਟਾਈਮ ਦੇ ਵਿੱਚ ਹੀਟ ਵਧਣ ਦੇ ਨਾਲੋਂ 10 ਸਾਲ ਤੱਕ ਕੁੜੀਆਂ ਦੇ ਵਿੱਚ ਮਾਹਵਾਰੀ ਦੀ ਜਿਹੜੀ ਆਉਣਾ ਸ਼ੁਰੂ ਹੋ ਗਈ ਆ। ਨੰਬਰ ਦੂਸਰਾ ਹੈ ਕਿ ਜਿਹੜੀ ਕੁਆਰੇਪਣ 'ਚ ਕੁੜੀਆਂ ਨੂੰ, ਉਹਨਾਂ ਦੇ ਵਿੱਚ ਵੀ ਬਹੁਤ ਥਾਵਾਂ ਦੇ ਉੱਤੇ PCOD ਦੀ ਪ੍ਰੋਬਲਮ ਦੇਖੀ ਗਈ ਹੈ, ਜਿਹਨੂੰ ਅਸੀਂ ਡਿਸਚਾਰਜ, ਔਰ ਇਹਦੀ ਜਿਹੜੀ ਪ੍ਰੋਬਲਮ ਆ ਹੌਲੀ ਹੌਲੀ ਇੱਥੇ ਤੱਕ ਵੱਧ ਜਾਂਦੀ ਹੈ ਕਿ ਔਰਤਾਂ ਦੀ ਸੁੰਦਰਤਾ 'ਤੇ ਬੜਾ ਕੰਮ ਕਰਦੀ ਹੈ, ਡਾਰਕ ਸਰਕਲ 'ਤੇ ਕੰਮ ਕਰਦੀ ਹੈ, ਬੈਕ ਪੇਨ ਕਰ ਦਿੰਦੀ ਹੈ, ਇਹਨੂੰ ਹੱਡ ਖੁਰ ਦੀ ਪ੍ਰੋਬਲਮ, ਜਿਵੇਂ ਆਪਣੇ ਪੁਰਾਣੀਆਂ ਦਾਈਆਂ ਸੀਗੀਆਂ ਉਹ ਇਹਨੂੰ ਹੱਡ ਖੁਰ ਦੀ ਪ੍ਰੋਬਲਮ ਵੀ ਕਹਿ ਦਿੰਦੀਆਂ ਸੀਗੀਆਂ। ਹੁਣ ਕੀ ਹੋ ਗਿਆ ਹੈ ਕਿ ਹੌਲੀ ਹੌਲੀ ਜਿੱਥੇ ਤੱਕ ਅਸੀਂ ਔਰਤਾਂ ਦੇ ਵਿੱਚ ਦੇਖਿਆ ਕਿ ਵਿਆਹ ਤੋਂ ਬਾਅਦ ਵੀ ਲੋਕਾਂ ਨੂੰ PCOD, ਪਹਿਲਾਂ ਕੁਆਰੇਪਣ 'ਚ ਇਸ ਕਰਕੇ ਸੀ ਕਿ ਤੁਹਾਡੇ ਖਿਆਲਾਤ 'ਤੇ ਵੀ ਡਿਪੈਂਡ ਕਰਦਾ ਹੈ, ਬੱਚੇ ਕਿਹੋ ਜਿਹੀ ਚੀਜ਼ ਦੇਖਦੇ। ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਹੈ, ਫੋਨਾਂ ਦੇ ਵਿੱਚ ਜਾਂ ਲੜਕੀਆਂ ਦੇ ਵਿੱਚ ਉਤੇਜਨਾ ਜ਼ਿਆਦਾ ਵਧਣ ਦੇ ਨਾਲ ਵੀ ਹੋਣ ਲੱਗ ਜਾਂਦੀ ਹੈ, ਘਰ ਦੇ ਸੁਭਾਅ ਦੇ ਨਾਲ ਵੀ ਹੋਣ ਲੱਗ ਜਾਂਦੇ, ਖਾਣ ਪੀਣ ਦੇ ਨਾਲ ਵੀ ਹੋਣ ਲੱਗ ਜਾਂਦੀ ਹੈ। ਰਾਤ ਨੂੰ ਪੈਣ ਲੱਗੇ ਦੁੱਧ ਜ਼ਿਆਦਾ ਪੀਣਾ ਔਰ ਗਰਮ ਦੁੱਧ ਪੀਣਾ, ਉਹਦੇ ਨਾਲ ਵੀ ਇਹ ਡ੍ਰੌਪਿੰਗ ਸਿਸਟਮ ਤੇ ਲਕੋਰੀਆ ਤੇ ਜਿਹਨੂੰ PCOD ਕਹਿੰਦੇ ਆ ਉਹ ਹੋਣ ਲੱਗ ਜਾਂਦੀ ਹੈ ਜੀ। ਜੀ ਜੀ। ਤੇ ਇਹਦੇ ਜਿਹੜੇ ਸੰਕੇਤ ਨੇ ਕਿ ਸਾਡੀ ਬੋਡੀ ਹੈ ਜਿਹੜੀ ਔਰਤ ਦੀ ਬੋਡੀ ਦਾ ਸਟਰਕਚਰ ਦੱਸਦਾ ਹੈ ਕਿ ਇਹ ਸਮੱਸਿਆ ਜਿਹੜੀ ਹੁਣ ਆਉਣ ਵਾਲੀ ਹੈ।
ਦੇਖੋ ਇਸ ਤਰ੍ਹਾਂ ਹੈ ਵੀ ਔਰਤਾਂ ਦੇ ਵਿੱਚ ਸਹਿਨਸ਼ੀਲਤਾ ਦਾ ਜਿਹੜਾ ਸੁਭਾਅ ਆ, ਸਭ ਤੋਂ ਪਹਿਲਾਂ ਤਾਂ ਇਸ ਸੁਭਾਅ 'ਤੇ ਕੰਮ ਕਰਦੀ ਹੈ। ਕਮਜ਼ੋਰ ਬੰਦਾ ਜ਼ਿਆਦਾ ਚੀਕਾਂ ਮਾਰਦਾ ਹੈ, ਭਲਵਾਨ ਬੰਦੇ ਨੂੰ ਗੁੱਸਾ ਘੱਟ ਚੜ੍ਹਦਾ ਹੈ। ਇਹ ਬਣਤਰ ਦੇ ਨਾਲ ਨਾਲ ਤੁਹਾਡੇ ਸੁਭਾਅ 'ਤੇ ਡਿਪੈਂਡ ਕਰਦਾ ਹੈ। ਜਦੋਂ ਤੁਹਾਨੂੰ ਵੀਰਜ ਦਾ ਬਹਾਓ ਬੰਦੇ ਦੇ ਵਿੱਚ ਜੇ ਲਾ ਲਈਏ ਕਿ ਬੰਦੇ ਨੂੰ ਧਾਤ ਅਤੇ ਲੇਡੀਜ਼ ਨੂੰ ਲਕੋਰੀ ਹੈ, ਇੱਕੋ ਚੀਜ਼ ਆਪਾਂ ਕਹਿ ਸਕਦੇ ਹਾਂ। ਜਦੋਂ ਉਹਦਾ ਬਹਾਓ ਲਗਾਤਾਰ ਚੱਲਦਾ ਰਹਿੰਦਾ ਫਿਰ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕਮਜ਼ੋਰੀ ਆ, ਕਮਜ਼ੋਰ ਬੰਦੇ ਨੂੰ ਗੁੱਸਾ ਜ਼ਿਆਦਾ ਚੜ੍ਹਨਾ। ਫਿਰ ਜਦੋਂ ਬਣਤਰ ਇਹਦੇ ਨਾਲ ਤੇ ਕਿਵੇਂ ਬਦਲਦੀ ਕਿ ਜਦੋਂ ਹੱਡ ਖੁਰ ਦੀ ਬਿਮਾਰੀ ਜਾਂ ਲਕੋਰੀਆ ਜਾਂ PCOD ਨਹੀਂ ਹਟਦੀ, ਉਹਦੇ ਨਾਲ ਈਚਿੰਗ ਦੀ ਪ੍ਰੋਬਲਮ ਆਉਂਦੀ ਹੈ, ਖਾਰਿਸ਼ ਦੀ ਪ੍ਰੋਬਲਮ ਆਉਂਦੀ ਹੈ, ਔਰ ਹੌਲੀ ਹੌਲੀ ਇਹ ਇੱਥੇ ਤੱਕ ਵੱਧ ਜਾਂਦੀ ਹੈ ਕਿ ਤੁਹਾਡੇ ਚਿਹਰੇ ਤੋਂ ਭੱਬਣ ਲੱਗ ਜਾਂਦੀ ਹੈ, ਦਿਖਣ ਲੱਗ ਜਾਂਦੀ ਹੈ, ਅੱਖਾਂ ਦੇ ਥੱਲੇ ਡਾਰਕ ਸਰਕਲ ਨੇ, ਚਿਹਰੇ ਦੇ ਉੱਤੇ ਛਾਈਆਂ ਨੇ, ਔਰ ਤੁਹਾਡੇ ਸੁਭਾਅ ਦੇ ਵਿੱਚ ਚਿੜਚਿੜਾਪਨ ਜਿੱਥੇ ਆਉਂਦਾ ਉੱਥੇ ਤੁਹਾਡਾ BP ਵੀ ਲੋਅ ਰਹਿਣਾ ਸ਼ੁਰੂ ਕਰ ਦਿੰਦਾ ਹੈ। ਬਲੱਡ ਪ੍ਰੈਸ਼ਰ ਦਾ ਘਟਣਾ, ਹੱਥ ਪੈਰ ਸੌਣੇ, ਪੈਰ ਠੰਡੇ ਰਹਿਣੇ, ਪੈਰਾਂ ਭਾਰ ਬਹਿ ਕੇ ਉੱਠਣਾ, ਉਦੋਂ ਚੱਕਰ ਆਉਣੇ, ਬੈਕ ਪਿੱਠ ਦੇ ਵਿੱਚ ਦਰਦ ਰਹਿਣਾ। ਔਰ ਜਦੋਂ ਤੁਸੀਂ ਇਹਦੀ ਕੋਈ ਮੈਡੀਸਨ ਲੈਂਦੇ ਹੋ ਤਾਂ ਇਹਨੂੰ ਬਿਨਾਂ ਦਵਾਈ ਤੋਂ ਬਜਾਏ ਡ੍ਰੌਪਿੰਗ ਨੂੰ ਬੰਦ ਕਰਨ ਦੇ ਜਦੋਂ ਕੋਈ ਗਲਤ ਚੀਜ਼ ਅਸੀਂ ਲੈਣੀ ਸ਼ੁਰੂ ਕਰ ਦਿੰਦੇ ਹਾਂ ਤਾਂ ਉਹ ਕਿਤੇ ਨਾ ਕਿਤੇ ਅੰਦਰ ਜਾ ਕੇ ਜੰਮਣੀ ਸ਼ੁਰੂ ਕਰ ਦਿੰਦੀ ਹੈ ਅਤੇ ਉਹ ਕਿਤੇ ਨਾ ਕਿਤੇ ਜਾ ਕੇ ਰਸੌਲੀ ਬਣਨਾ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਇਹਦੀ ਮੈਡੀਸਨ ਵੀ ਬਹੁਤ, ਕਿਉਂਕਿ ਸੈਂਸਿਟਿਵ ਕੰਮ ਆ। ਜਦੋਂ ਤੁਸੀਂ ਉਹਨੂੰ ਸੈਂਸਿਟਿਵ ਪਾਰਟ ਦੇ ਵਿੱਚੋਂ ਲਕੋਰੀਆ ਨੂੰ ਬੰਦ ਕਰਦੇ ਹੋ, PCOD ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹੋ, ਵਜਾਈਨਾ ਨੂੰ ਤੁਸੀਂ ਖੁਸ਼ਕ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਉਦੋਂ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਜਿਹੜੀ ਚੀਜ਼ ਅਸੀਂ ਲੈ ਰਹੇ ਹਾਂ ਉਹਦੇ ਇਫੈਕਟ ਕਿੰਨੇ ਆ, ਸਾਈਡ ਇਫੈਕਟ ਕਿੰਨੇ ਆ। ਮਤਲਬ ਸਾਨੂੰ ਸਾਡੇ ਸਰੀਰਿਕ ਬਣਤਰ, ਸਾਡੇ ਸਰੀਰ ਦਾ ਸੁਭਾਅ ਤੇ ਦਵਾਈ ਦਾ ਸੁਭਾਅ ਜਿਹੜਾ ਅਸੀਂ ਉਸ ਚੀਜ਼ ਨੂੰ ਲੈ ਕੇ ਲੈ ਰਹੇ ਹਾਂ, ਉਹ ਬਹੁਤ ਜ਼ਿਆਦਾ ਇਫੈਕਟਿਵ ਔਰ ਬਹੁਤ ਜ਼ਿਆਦਾ ਸੈਂਸਿਟਿਵ ਇਸ਼ੂ ਆ ਗਿਆ। ਦੇਖੋ ਜੀ, ਜਿਹੜਾ ਇਸ PCOD ਲਕੋਰੀਆ ਜਿਹਨੂੰ ਅਸੀਂ ਕਹਿੰਦੇ ਹਾਂ, ਡ੍ਰੌਪਿੰਗ ਕਹਿੰਦੇ ਹਾਂ, ਇਹ ਤੁਹਾਡੇ ਤੇ ਤੁਹਾਡੀ ਖੁਰਾਕ ਦੇ ਸੁਭਾਅ ਦੇ ਨਾਲ ਮੇਲ ਖਾਂਦਾ ਹੈ। ਜਿਵੇਂ ਮੈਂ ਤੁਹਾਨੂੰ ਸਿੰਪਲ ਉਦਾਹਰਨ ਦੇ ਦਾਂ, ਬਦਾਮ ਦਾ ਕੀ ਸੁਭਾਅ। ਹੁਣ ਬਦਾਮ ਸਾਰੀ ਦੁਨੀਆ ਆਪਾਂ ਜਿੱਥੇ ਮਿਲੇ ਮੁੱਠੀ ਭਰੀ ਤੇ ਚੱਬ ਕੇ ਖਾ ਗਏ, ਪਰ ਬਦਾਮ ਦਾ ਆਪਣਾ ਸੁਭਾਅ ਆ। ਬਦਾਮ ਨੂੰ ਬਿਨਾਂ ਛਿਲਕਾ ਲਾਹੇ ਖਾਓਗੇ ਗਰਮ ਹੈ, ਤੇ ਰਾਤ ਨੂੰ ਭਿਉਂ ਕੇ ਛਿੱਲ ਕੇ ਖਾਓਗੇ ਤੇ ਬਦਾਮ ਠੰਡੇ। ਸ਼ਹਿਦ ਆ, ਉਹਦਾ ਆਪਣਾ ਸੁਭਾਅ। ਸ਼ਹਿਦ ਨੂੰ ਤੁਸੀਂ ਪਾਣੀ 'ਚ ਘੋਲ ਕੇ ਪੀਓਗੇ, ਗਰਮੀਆਂ 'ਚ ਠੰਡਾ ਗਾ, ਸਰਦੀਆਂ 'ਚ ਦੁੱਧ 'ਚ ਪਾ ਕੇ ਪੀਓਗੇ ਤੇ ਗਰਮ ਹੈ। ਇਸ ਕਰਕੇ ਹਰ ਚੀਜ਼ ਦਾ ਇੱਕ ਆਪਣਾ ਸੁਭਾਅ ਆ। ਇਸ ਤਰ੍ਹਾਂ ਹੀ ਬਨਸਪਤੀ ਦਾ ਸੁਭਾਅ, ਇਸ ਤਰ੍ਹਾਂ ਸਬਜ਼ੀਆਂ ਦਾ ਸੁਭਾਅ, ਇਸ ਤਰ੍ਹਾਂ ਤੁਹਾਡੇ ਸਰੀਰ ਦਾ ਸੁਭਾਅ। ਤੁਸੀਂ ਜਦੋਂ ਉਹਦੇ ਨਾਲ ਕੋਈ ਮੇਲ ਖਾਂਦੀ ਚੀਜ਼ ਨੂੰ ਨਹੀਂ ਲਓਗੇ ਤੇ ਉਹਨੇ ਸਾਰਾ ਮਿਸਮੈਚ ਕਰ ਦੇਣਾ ਗਾ। ਦੇਸੀ ਘਿਓ ਨੂੰ ਤੁਸੀਂ ਦੁੱਧ 'ਚ ਪਾ ਕੇ ਤਾਂ ਪੀ ਸਕਦੇ ਹੋ, ਪਰ ਦੇਸੀ ਘਿਓ ਨੂੰ ਪਾਣੀ 'ਚ ਪਾ ਕੇ ਨਹੀਂ ਪੀ ਸਕਦੇ, ਕਿਉਂਕਿ ਘਿਓ ਦਾ ਸੁਭਾਅ ਗਾ। ਉਹਨੂੰ ਘਿਓ ਨੂੰ ਤੁਸੀਂ ਦੁੱਧ 'ਚ ਮੇਲ ਕਰ ਸਕਦੇ ਹੋ। ਸਰਦੀਆਂ 'ਚ ਤੁਸੀਂ ਦੇਸੀ ਘਿਓ ਨੂੰ ਦੁੱਧ 'ਚ ਘੋਲ ਕੇ ਪੀ ਸਕਦੇ ਹੋ, ਪਰ ਪਾਣੀ ਦੇ ਵਿੱਚ ਨਹੀਂ ਪੀ ਸਕਦੇ, ਤੇ ਗਰਮੀਆਂ 'ਚ ਨਹੀਂ ਪੀ ਸਕਦੇ। ਪੀਣ ਵਾਸਤੇ ਵੀ ਸਰਦੀ ਹੋਣੀ ਚਾਹੀਦੀ ਹੈ। ਸਰਦੀਆਂ ਦੇ ਵਿੱਚ ਆਇਰਨ ਦੀ ਮਾਤਰਾ ਦੀ ਕਮੀ ਹੁੰਦੀ ਹੈ, ਇਸ ਕਰਕੇ ਸਾਗ ਖਾਂਦੇ, ਕਿਉਂਕਿ ਆਇਰਨ ਵੱਧ ਜਾਂਦਾ, ਅਤੇ ਸਾਗ ਦੇ ਵਿੱਚ ਕੜਛੀ ਆਇਰਨ ਦੀ ਆਪਾਂ ਦੇਸੀ ਘਿਓ ਦੇ ਵਿੱਚ ਪਾ ਕੇ ਸਾਗ ਦੇ ਵਿੱਚ ਖਾਂਦੇ ਹਾਂ, ਅਤੇ ਉਹ ਸਾਡੇ ਹਾਜ਼ਮੇ ਨੂੰ ਠੀਕ ਹੁੰਦੀ ਹੈ। ਲੇਕਿਨ ਗਰਮੀਆਂ 'ਚ ਬਹੁਤਾ ਜ਼ਿਆਦਾ ਜੇ ਤੁਸੀਂ ਸਾਗ ਖਾਓਗੇ, ਉਹਦੇ ਨਾਲ ਵੀ PCOD ਵਧੂਗੀ, ਹੀਟ ਵਧੂਗੀ, ਅਤੇ ਤੁਹਾਡੇ ਨੈਚੁਰਲ ਜਦੋਂ ਹੀਟ ਵੱਧਦੀ ਹੈ ਫਿਰ ਤੁਹਾਡੇ 'ਚੋਂ ਮੁੜਕਾ ਬਾਹਰ ਆਉਣ ਲੱਗ ਜੂ। ਗਰਮੀਆਂ ਦੇ ਵਿੱਚ ਜੇ ਘਿਓ ਜ਼ਿਆਦਾ ਖਾਵਾਂਗੇ ਤਾਂ ਉਹਦਾ ਨਾਲ BP ਲੋਅ ਰਹੂਗਾ। BP ਲੋਅ ਹੋਣ ਦੇ ਨਾਲ ਵਿਟਾਮਿਨ C ਦੀ ਕਮੀ ਆ ਜਾਣੀ ਹੈ, ਅਤੇ ਹੌਲੀ ਹੌਲੀ ਸੁਸਤੀ ਪੈਣੀ ਸ਼ੁਰੂ ਹੋ ਜਾਣੀ ਹੈ। ਇਸ ਕਰਕੇ ਹਰ ਚੀਜ਼ ਦਾ ਆਪਣਾ ਇੱਕ ਸੁਭਾਅ ਆ। ਖਾਸ ਕਰਕੇ ਜਿਹੜੀ ਆਪਾਂ ਵਿਸ਼ਾ ਰੱਖਿਆ ਲਕੋਰੀਏ ਦੀ ਗੱਲ ਜਿੱਥੇ ਆਪਾਂ ਕਰਦੇ ਹਾਂ, ਉੱਥੇ ਤੁਸੀਂ ਇੱਕ ਗੱਲ ਦਾ ਧਿਆਨ ਵਿਸ਼ੇਸ਼ ਤੌਰ 'ਤੇ ਪਰਿਵਾਰਿਕ ਤੌਰ 'ਤੇ ਰੱਖਣ ਦੀ ਲੋੜ ਹੈ। ਔਰ ਮੈਂ ਤੁਹਾਡੇ ਜ਼ਰੀਏ ਨਾਲ ਧੀਆਂ ਭੈਣਾਂ ਨੂੰ, ਬੱਚਿਆਂ ਨੂੰ, ਮਾਤਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਜਦੋਂ ਤੁਹਾਨੂੰ ਮਾਹਵਾਰੀ ਆਉਂਦੀ ਹੈ, ਮਾਹਵਾਰੀ ਦੇ ਵਿੱਚ ਦੁੱਧ ਤੋਂ ਬਣੀਆਂ ਚੀਜ਼ਾਂ ਬਿਲਕੁਲ ਨਾ ਖਾਣ। ਜਦੋਂ ਤੁਸੀਂ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਂਦੇ ਹੋ, ਉਹ ਚੀਜ਼ਾਂ ਨੇ ਤੁਹਾਡੇ ਵਿੱਚ 99% ਰਸੌਲੀ ਬਣਾਉਣੀ ਹੈ। 99% ਰਸੌਲੀ ਉਦੋਂ ਬਣਨੀ ਹੈ ਤੁਹਾਡੇ ਵਿੱਚ ਜਦੋਂ ਤੁਹਾਨੂੰ ਮਾਹਵਾਰੀ ਆਈ ਹੈ, ਅਤੇ ਮਾਹਵਾਰੀ ਦੇ ਵਿੱਚ ਤੁਸੀਂ ਦੁੱਧ ਹੋ ਗਈ, ਖੀਰ ਹੋ ਗਈ, ਦਹੀਂ ਹੋ ਗਈ, ਤਾਂ ਦੁੱਧ ਤੋਂ ਬਣਿਆ ਕੋਈ ਵੀ ਪ੍ਰੋਡਕਟ ਹੈ ਜੇ ਖਾਣੋਂ ਤੁਸੀਂ ਨਹੀਂ ਹਟੋਗੇ ਤਾਂ ਤੁਹਾਨੂੰ 99% ਰਸੌਲੀ ਬਣਨੀ ਹੈ। ਲੇਕਿਨ ਅੱਜ ਕੱਲ੍ਹ ਹੋ ਤਾਂ ਬਿਲਕੁਲ ਉਲਟਾ ਰਿਹਾ। ਸਗੋਂ ਕਹਿੰਦੇ ਨੇ ਜੀ ਕਿ ਕਮਜ਼ੋਰੀ ਆ ਜਾਂਦੀ ਹੈ ਅਤੇ ਸਾਨੂੰ ਤਾਕਤਵਰ ਚੀਜ਼ਾਂ ਖਾਣੀਆਂ ਚਾਹੀਦੀਆਂ, ਦੁੱਧ ਨੂੰ ਤਾਕਤਵਰ ਮੰਨਿਆ ਜਾ ਰਿਹਾ। ਦੇਖੋ ਜੀ, ਜਿਹੜਾ ਦੁੱਧ ਤੁਸੀਂ ਪੀ ਰਹੇ ਹੋ, ਮੈਂ ਕਿਰਪਾ ਕਰਕੇ ਤੇ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਵੀ ਕਰਦਾ ਵੀ ਜਿਹੜੇ ਲੋਕ ਦੁੱਧ ਪੀ ਰਹੇ ਆ,
ਇੱਕ ਵਾਰੀ ਮੇਰੇ ਕਹੇ ਤੋਂ ਇੰਨੀ ਕੁ ਬੇਨਤੀ ਪ੍ਰਵਾਨ ਕਰਨ ਵੀ ਅੱਧਾ ਗਲਾਸ ਕੱਚੇ ਦੁੱਧ ਦਾ ਲੈ ਕੇ ਲੈਬ 'ਚ ਚੈੱਕ ਕਰਾਉਣ। ਦੁੱਧ ਪੀਣਾ ਜ਼ਰੂਰੀ ਹੈ, ਲੇਕਿਨ ਦੁੱਧ ਪੀਣਾ ਕਿਹੜਾ ਗਾ ਉਹ ਤੁਹਾਡੇ ਸਵਾਲ ਦਾ ਜਵਾਬ ਆਪਣੇ ਆਪ ਮਿਲ ਜਾਊ। ਤੁਸੀਂ ਦੁੱਧ ਨੂੰ ਚੈੱਕ ਕਰਾ ਕੇ ਉਹ 'ਚੋਂ ਯੂਰੀਆ ਟੈਸਟ ਕਰਾਓ ਕਿ ਦੁੱਧ 'ਚ ਯੂਰੀਆ ਅਸੀਂ ਅੰਦਰ ਇੰਜੈਕਟ ਕਿੰਨਾ ਕਰ ਰਹੇ ਹਾਂ। ਦੂਸਰੀ ਗੱਲ ਆ, ਪੱਠਿਆਂ ਦੇ ਵਿੱਚ ਯੂਰੀਆ ਗਾ ਉਹ ਗਾਈਆਂ ਤੇ ਮੱਝਾਂ ਡਾਇਰੈਕਟ ਪੱਠੇ ਖਾਂਦੀਆਂ ਨੇ, ਤੇ ਗਾਈਆਂ ਮੱਝਾਂ ਤੋਂ ਡਾਇਰੈਕਟ ਇੰਜੈਕਟ ਸਾਡੇ ਵਿੱਚ ਯੂਰੀਆ ਹੋ ਜਾਂਦਾ, ਹੀਟ ਵੱਧ ਰਹੀ ਹੈ। ਅੱਗੇ 20 ਸਾਲ ਦੀ 18 ਸਾਲ ਦੀ ਧੀ ਭੈਣ ਨੂੰ, ਲੜਕੀ ਨੂੰ ਡੇਟ ਤੇ ਮਾਹਵਾਰੀ ਆਉਂਦੀ ਸੀ, ਅੱਜ 10 ਸਾਲ ਦੀਆਂ ਕੁੜੀਆਂ ਨੂੰ ਮਾਹਵਾਰੀ ਆਉਣੀ ਸ਼ੁਰੂ ਹੋ ਗਈ। 10 ਸਾਲ ਦੀਆਂ ਕੁੜੀਆਂ ਦੇ ਵੀ ਪੇਸ਼ੈਂਟਸ ਜਿਹੜੇ ਅਸੀਂ ਦੇਖੇ ਗਏ ਆ ਕਿ 10 ਸਾਲ ਦੀਆਂ ਲੜਕੀਆਂ ਦੇ ਵਿੱਚ ਜਿਹੜੀ ਬ੍ਰੈਸਟ ਹੈ, ਛਾਤੀ ਜਿਹਨੂੰ ਅਸੀਂ ਧੀਆਂ ਭੈਣਾਂ ਦੀ ਕਹਿੰਦੇ ਸੀ, ਅੱਗੇ 18-20 ਸਾਲ ਦੇ ਵਿੱਚ ਬ੍ਰੈਸਟ ਦੀ ਗਰੋਥ ਹੁੰਦੀ ਸੀ, ਅੱਜ 10 ਸਾਲ ਦੀਆਂ ਕੁੜੀਆਂ ਦੇ ਵਿੱਚ ਬ੍ਰੈਸਟ ਦੀ ਗਰੋਥ ਹੋ ਰਹੀ ਹੈ। ਦੂਸਰੀ ਗੱਲ ਹੈ, ਅੱਗੇ ਨਿਗਾਹ ਘੱਟ ਹੋਣੀ, 18-20 ਸਾਲ ਦੇ ਵਿੱਚ ਐਨਕ ਲੱਗਦੀ ਸੀ, ਅੱਜ ਜੰਮਦੇ ਬੱਚਿਆਂ ਦੇ ਐਨਕ ਲੱਗ ਰਹੀ ਹੈ। ਇਹਦੇ ਨਾਲ ਸੰਕੇਤ ਹੈ ਕਿ ਅਸੀਂ ਖੁਰਾਕ ਦੇ ਸਥਿਰ ਦੇ ਵਿੱਚ ਕਿੰਨਾ ਨੀਚੇ ਚਲੇ ਗਏ। ਜੇ ਸਾਡੀ ਖੁਰਾਕ ਬਹੁਤੀ ਚੰਗੀ ਹੈ ਤਾਂ ਫਿਰ ਤਾਂ 60 ਸਾਲ ਦੇ ਬੰਦੇ ਦੇ ਐਨਕ ਲੱਗਣੀ ਸੀ, ਤੇ ਅਸੀਂ ਤਾਂ ਜੰਮਦੇ ਜਵਾਕਾਂ ਦੇ ਐਨਕ ਲੱਗ ਗਈ। ਅੱਜ ਜੰਮਦੇ ਜਵਾਕ ਡਾਕਟਰਾਂ ਦੇ ਕੋਲੇ ਜਾ ਰਹੇ ਆ, 3-3 4-4 ਸਾਲ ਦੇ ਬੱਚੇ ਬਿਮਾਰ ਹੋ ਰਹੇ ਆ, ਮਾਨਸਿਕ ਤੌਰ ਤੇ ਤੇ ਸਰੀਰਕ ਤੌਰ ਤੇ। ਸਾਡੇ ਬਜ਼ੁਰਗਾਂ ਨੇ ਮਿੱਟੀ ਦੇ ਵਿੱਚ ਸਾਨੂੰ ਖੇਲਿਆ, ਪੋਤੜੇ ਨਹੀਂ ਮੰਨੇ, ਨੰਗੇ ਅਸੀਂ ਨਹਾਉਂਦੇ ਰਹੇ ਹਾਂ, ਨੰਗੇ ਮਿੱਟੀ ਦੇ ਵਿੱਚ ਖੇਡੇ। ਉਹ ਮਿੱਟੀ ਦੇ ਕਣ ਵੀ ਸਾਡੇ ਸਰੀਰ ਨੂੰ ਲੱਗਦੇ ਸੀ, ਪਰ ਅੱਜ ਤਾਂ ਅਸੀਂ ਭੋਰਕ ਮਿੱਟੀ ਸਰੀਰ ਨੂੰ ਲੱਗਣ ਨਹੀਂ ਦਿੰਦੇ, ਉਹ ਵੀ ਕਿਤੇ ਨਾ ਕਿਤੇ ਇਫੈਕਟ ਕਰ ਰਹੀ ਹੈ। ਨੰਬਰ ਦੂਸਰਾ, ਲਕੋਰੀਏ ਦੇ ਨਾਲ ਤੁਹਾਡੀ ਗ੍ਰਸਤੀ ਜ਼ਿੰਦਗੀ ਦੇ ਵਿੱਚ ਇਫੈਕਟ ਪੈਂਦਾ। ਬਦਬੂਦਾਰ ਪਾਣੀ ਹੈ, ਉਹਦੇ ਨਾਲ ਵਜਾਈਨਾ ਦੇ ਵਿੱਚ ਖਾਰਿਸ਼ ਹੁੰਦੀ ਹੈ। ਖਾਰਿਸ਼ ਦੇ ਨਾਲ ਨਾਲ ਕਈ ਔਰਤਾਂ ਦੇ ਵਿੱਚ ਇੱਥੇ ਤੱਕ ਦੇਖਿਆ ਕਿ ਇਹੋ ਜਿਹੇ ਜ਼ਖਮ ਹੋ ਜਾਂਦੇ ਆ ਜਿਹੜੇ ਕਾਫੀ ਲੌਂਗ ਟਾਈਮ ਤੱਕ, ਕਿਉਂਕਿ ਉਹ ਜਿਹੜਾ ਸੈਂਸਿਟਿਵ ਪਾਰਟ ਹੈ ਉਹਦੀ ਸਫਾਈ ਨਾ ਰੱਖਣ ਕਰਕੇ ਹੋਣ ਲੱਗ ਜਾਂਦਾ ਹੈ। ਜਦੋਂ ਡ੍ਰੌਪਿੰਗ ਸਿਸਟਮ ਚੱਲਦੀ ਹੈ ਉਹਦੇ ਨਾਲ ਤੁਹਾਡੀ ਗ੍ਰਸਤੀ ਜ਼ਿੰਦਗੀ, ਕਿਉਂਕਿ ਤੁਹਾਨੂੰ ਉਹ ਆਨੰਦ ਜਿਹੜਾ ਗ੍ਰਸਤ ਦਾ ਆਉਣਾ ਚਾਹੀਦਾ ਨਾ ਆਉਣ ਕਰਕੇ ਵੀ ਤੁਹਾਡੀ ਗ੍ਰਸਤੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਫੈਕਟ ਕਰਦਾ ਗਾ ਜੀ। ਜੀ ਤੇ ਫਿਰ ਵੈਜੀ ਜਿਹੜਾ ਇਸ ਮਸਲੇ ਦਾ, ਕਿਉਂਕਿ ਬਹੁਤ ਜ਼ਿਆਦਾ ਵੱਧ ਰਿਹਾ, ਤੁਸੀਂ ਦੱਸ ਰਹੇ ਹੋ ਕਿ ਖਾਣ ਪੀਣ ਦਾ ਸੁਭਾਅ ਹੈ ਜਿਹੜਾ ਉਹ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ ਇਸ ਬਿਮਾਰੀ ਨੂੰ, ਤੇ ਫਿਰ ਬਚਾਅ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਘਰਾਂ ਦੇ ਵਿੱਚ ਰਹਿ ਕੇ ਕਿ ਸਾਨੂੰ ਇਹ ਸਮੱਸਿਆ ਆਵੇ ਹੀ ਨਾ, ਜਾਂ ਫਿਰ ਇਹ ਹੋ ਸਕਦਾ ਹੈ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈਗੀ ਤਾਂ ਉਸ ਤੋਂ ਬਚਿਆ ਕਿਵੇਂ ਜਾ ਸਕਦਾ ਹੌਲੀ ਹੌਲੀ ਘਰੇਲੂ ਇਲਾਜ ਦੇ ਨਾਲ, ਜਾਂ ਘਰੇਲੂ ਨੁਸਖੇ ਦੇ ਨਾਲ, ਜਾਂ ਆਯੁਰਵੈਦ ਦੇ ਨਾਲ? ਦੇਖੋ ਜੀ, ਜਿਹੜੀਆਂ ਲੇਡੀਜ਼ ਦੇ ਵਿੱਚ, ਔਰਤਾਂ ਦੇ ਵਿੱਚ ਤੇ ਬੱਚਿਆਂ ਦੇ ਵਿੱਚ ਜਦੋਂ ਮਾਹਵਾਰੀ ਸ਼ੁਰੂ ਹੁੰਦੀ ਹੈ, ਸਭ ਤੋਂ ਪਹਿਲਾਂ ਤਾਂ ਖਿਆਲ ਦੋ ਗੱਲਾਂ ਦਾ ਰੱਖਣਾ ਜ਼ਰੂਰੀ ਹੈ। ਪਹਿਲਾਂ ਆਪਾਂ ਸ਼ੁਰੂਆਤ ਜਿੱਥੋਂ ਕਰਦੇ ਹਾਂ ਕਿ ਲੜਕੀ ਨੂੰ ਪਹਿਲੀ ਵਾਰ ਮਾਹਵਾਰੀ ਆਈ ਹੈ ਤੇ ਉਹ ਜੇ 4 ਦਿਨ 5 ਦਿਨ 3 ਦਿਨ ਜਿੰਨੇ ਦਿਨ ਮਾਹਵਾਰੀ ਰਹੀ ਹੈ, ਕੀ ਉਹ ਰੈਗੂਲਰ ਓਨੀ ਹਰ ਮਹੀਨੇ ਉਸੇ ਡੇਟ ਨੂੰ ਆਈ ਹੈ? ਫਰਜ਼ ਕਰੋ 20 ਤਰੀਕ ਨੂੰ ਮਾਹਵਾਰੀ ਆਈ ਸੀ, ਕੀ ਅਗਲੀ 20 ਤਰੀਕ ਨੂੰ ਮਾਹਵਾਰੀ ਆਈ ਹੈ? ਜੇ ਪੀਰੀਅਡ ਉਹਨੂੰ ਮਾਹਵਾਰੀ ਤੋਂ 21 ਤਰੀਕ ਨੂੰ ਹੋ ਗਏ, 22 ਤਰੀਕ ਨੂੰ ਹੋ ਗਏ, ਤਾਂ ਉਹ ਬੜਾ ਸੈਂਸਿਟਿਵ ਗੱਲ ਹੈ ਕਿ ਉਹ ਸੋਚਣ ਦੀ ਲੋੜ ਹੈ। ਦੂਸਰੀ ਗੱਲ ਹੈ ਕਿ ਹੁਣ ਜਿਹੜੀ ਪ੍ਰੋਬਲਮ ਹੋ ਰਹੀ ਹੈ ਕਿ ਬਹੁਤ ਸਾਰੇ ਬੱਚਿਆਂ ਨੂੰ ਕਈ ਵਾਰੀ 18 ਤਰੀਕ ਨੂੰ ਮਾਹਵਾਰੀ ਆ ਜਾਂਦੀ ਹੈ, ਕਈ ਵਾਰੀ 25 ਤਰੀਕ ਨੂੰ ਮਾਹਵਾਰੀ ਆ ਰਹੀ ਹੈ, ਤਾਂ ਦਿਨ ਚੜ੍ਹ ਕੇ ਆਉਣੇ ਸ਼ੁਰੂ ਵੀ ਕਹਿ ਦਿੰਦੀਆਂ ਨੇ ਲੇਡੀਜ਼। ਕਈ ਵਾਰ ਪਹਿਲਾਂ ਵੀ ਕਈ ਵਾਰੀ ਜੇ 2 ਦਿਨ ਪਹਿਲਾਂ ਆ ਰਹੀ ਹੈ ਤਾਂ ਫਿਰ 5 ਦਿਨ ਪਹਿਲਾਂ ਆਉਣ ਲੱਗ ਗਈ, ਤਾਂ ਫਿਰ ਉਹ ਡਿਪੈਂਡ ਕਰਦਾ ਹੈ ਕਿ ਅਸੀਂ ਬਹੁਤ ਸਾਰੀ ਹੀਟ ਸਾਡੇ ਅੰਦਰ ਵੱਧ ਰਹੀ ਹੈ, ਇਸ ਸੁਭਾਅ ਦੇ ਨਾਲ ਡਿਪੈਂਡ ਕਰਦੀ ਹੈ। ਦੂਸਰੀ ਗੱਲ ਹੈ ਕਿ ਜਿਨ੍ਹਾਂ ਨੂੰ ਬਹੁਤ ਦੇਰ ਤੱਕ ਮਾਹਵਾਰੀ ਨਹੀਂ ਆਉਂਦੀ, 1 ਮਹੀਨਾ ਲੰਘ ਗਿਆ, 2 ਮਹੀਨੇ ਲੰਘ ਗਏ, ਜਦੋਂ 2-2 3-3 ਮਹੀਨੇ ਮਾਹਵਾਰੀ ਨਹੀਂ ਆਉਂਦੀ ਤਾਂ ਉਹ ਬੱਚਿਆਂ ਦੇ ਹਾਰਮੋਨਸ ਇਨਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ। ਫਿਰ ਉਹਦੀ ਨਿਸ਼ਾਨੀ ਦੇ ਨਾਲ ਹੁਣ ਪਹਿਲਾ ਇਫੈਕਟ ਤਾਂ ਮਾਹਵਾਰੀ ਬਣ ਗਈ, ਹੁਣ ਦੂਜਾ ਇਫੈਕਟ ਦੇਖੋ ਕਿੱਥੇ ਸ਼ੁਰੂ ਹੋ ਗਿਆ। ਔਰਤਾਂ ਦੇ ਵਿੱਚ ਮੂੰਹ 'ਤੇ ਮੁੱਛ ਆਉਣੀ ਸ਼ੁਰੂ ਹੋ ਗਈ, ਦਾੜੀ ਆਉਣੀ ਸ਼ੁਰੂ ਹੋ ਗਈ, ਕੰਨਾਂ ਦੇ ਵਿੱਚ ਵਾਲ ਆਉਣੇ ਸ਼ੁਰੂ ਹੋ ਗਏ, ਸਰੀਰ ਦੇ ਉੱਤੇ ਵਾਲ ਆਉਣੇ ਸ਼ੁਰੂ ਹੋ ਗਏ। ਇਹਦੇ ਨਾਲ ਹੌਲੀ ਹੌਲੀ ਇੱਥੇ ਤੱਕ ਇਫੈਕਟ ਹੋ ਗਿਆ ਕਿ ਸਾਰੇ ਸਰੀਰ ਦੇ ਵਿੱਚ ਇੱਕ ਬਦਬੂਦਾਰ ਜਿਹੜੀ ਉਹ ਹਮਕ ਆਉਣੀ ਸ਼ੁਰੂ ਹੋ ਜਾਂਦੀ ਹੈ। ਕੱਲੀ ਮਾਹਵਾਰੀ ਦੀ ਗੱਲ ਆਪਾਂ ਕਰ ਰਹੇ ਹਾਂ। ਫਿਰ ਬਹੁਤ ਸਾਰੇ ਬੱਚਿਆਂ ਨੂੰ ਕੌਨਸਟੀਪੇਸ਼ਨ ਦੀ ਪ੍ਰੋਬਲਮ ਹੈ, ਕਬਜ਼ ਦੀ ਪ੍ਰੋਬਲਮ ਹੈ, ਟੱਟੀ ਨਾ ਹੋਣ ਕਰਕੇ, ਪੇਟ ਸਾਫ਼ ਨਾ ਹੋਣ ਕਰਕੇ, ਉਹ ਵੀ ਕਿਤੇ ਨਾ ਕਿਤੇ ਕਿਉਂਕਿ ਉਹਦੀ ਡਸਟ ਆ ਜਿਹੜੀ ਟੋਇਲਟ ਸੁੱਕਦੀ ਆ, ਉਹਦੀ ਗੰਦੀ ਗੈਸ ਆ, ਉਹ ਗੰਦੀ ਗੈਸ ਤੁਹਾਡੇ ਬਲੱਡ ਨੂੰ ਪਿਊਰੀਫਾਈ ਨਹੀਂ ਕਰਦੀ। ਜਦੋਂ ਖੂਨ ਸਾਫ਼ ਨਹੀਂ ਹੁੰਦਾ ਤੇ ਉਹ ਜਿਹੜਾ ਖੂਨ ਉਹ ਬਲੱਡ ਰਾਹੀਂ ਨਹੀਂ ਨਿਕਲਦਾ, ਮਾਹਵਾਰੀ ਨਹੀਂ ਆਉਂਦੀ। ਫਿਰ ਤੀਸਰੀ ਗੱਲ ਹੈ ਕਿ ਕਈਆਂ ਨੂੰ 2 ਮਹੀਨੇ ਬਾਅਦ 3 ਮਹੀਨੇ ਬਾਅਦ ਮਾਹਵਾਰੀ ਆਉਂਦੀ ਹੈ ਤੇ ਉਹਦੇ 'ਚ ਗੱਠਾਂ ਆਉਣ ਲੱਗ ਜਾਂਦੀਆਂ ਨੇ। ਉਹ ਗੱਠਾਂ ਜਿਹੜੀਆਂ ਆਉਣੀਆਂ ਨੇ ਉਹ ਤੁਹਾਡਾ ਜਿਹੜਾ ਲਕੋਰੀਆ ਸੀਗਾ, ਜਿਹੜਾ ਡ੍ਰੌਪਿੰਗ ਸੀ, ਜਿਹੜਾ ਸੀਮਨ ਸੀਗਾ, ਉਹਦੀ ਗੱਠ ਬਣ ਗਈ। ਉਹਦੀ ਗੱਠ ਬਣ ਕੇ ਉਹ ਮਾਹਵਾਰੀ ਦੇ ਥਰੂ ਆਉਣ ਲੱਗ ਗਈ, ਤੇ ਉਹ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਤੁਹਾਡੇ ਅੰਦਰ ਕੋਈ ਐਸੀ ਚੀਜ਼ ਜੰਮ ਰਹੀ ਹੈ ਜਿਹੜੀ ਮਾਹਵਾਰੀ ਦੇ ਫਲੋ ਦੇ ਨਾਲ, ਖੂਨ ਦੇ ਫਲੋ ਦੇ ਨਾਲ ਬਾਹਰ ਆਉਣੀ ਸ਼ੁਰੂ ਹੋ ਗਈ ਹੈ। ਉਹਦਾ ਹੌਲੀ ਹੌਲੀ ਇਹੋ ਜਿਹਾ ਇਫੈਕਟ ਪੈਂਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਤੁਹਾਡੇ ਸਰੀਰ 'ਤੇ ਇਫੈਕਟ ਪੈਂਦਾ
ਉੱਤੇ ਸਰੀਰ ਦੀ ਬਣਤਰ 'ਤੇ ਬੜਾ ਵੱਡਾ ਇਫੈਕਟ ਹੈ। ਅਨਬੇਢਕਾ ਜਿਹਾ ਸਰੀਰ ਬਣ ਜਾਂਦਾ, ਕਿਸੇ ਦੀ ਚਰਬੀ ਬਾਹਰ ਨਿਕਲੇ, ਕਿਸੇ ਦਾ ਸਾਈਡ ਬਾਹਰ ਨਿਕਲਿਆ, ਕਿਸੇ ਦੇ ਥਾਈ ਬਾਹਰ ਨਿਕਲਿਆ, ਕਿਸੇ ਦੇ ਪੱਟ ਮੋਟੇ ਹੋ ਗਏ, ਕਿਸੇ ਦੀ ਬੋਡੀ ਬਹੁਤ ਜ਼ਿਆਦਾ ਮੋਟੀ ਹੋ ਗਈ, ਕਿਸੇ ਦੀ ਬੋਡੀ ਦਾ ਸਟਰਕਚਰ ਜਦੋਂ ਬੱਚੇ ਨੂੰ ਤੇ ਤੁਸੀਂ ਮੈਰਿਜ ਤੋਂ ਬਾਅਦ 5-7 ਸਾਲ ਬਾਅਦ ਦੇਖਦੇ ਹੋ ਤਾਂ ਤੁਸੀਂ ਆਪ ਨਹੀਂ ਪਛਾਣ ਸਕਦੇ, ਔਰ ਉਮਰ ਤੋਂ ਪਹਿਲਾਂ ਹੀ ਬੰਦਾ ਬੁੱਢਾ ਜਿਹਾ ਹੋਣਾ ਲੱਗ ਜਾਂਦਾ, ਚਿਹਰੇ 'ਤੇ ਛਾਈਆਂ ਹੋ ਜਾਂਦੀਆਂ, ਅੱਖਾਂ 'ਤੇ ਐਨਕਾਂ ਲੱਗਣ ਲੱਗ ਜਾਂਦੀਆਂ, ਚਿੜਚਿੜਾਪਣ ਆ ਜਾਂਦਾ, ਗੁੱਸਾ ਹੁੰਦਾ, ਔਰ ਉਹਦਾ ਇਫੈਕਟ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ ਲਿਮ ਸਲਿਮ ਰਹਿਣ ਵਾਸਤੇ ਫਿਰ ਉਹਦੀਆਂ ਲਈਆਂ ਹੋਈਆਂ ਚੀਜ਼ਾਂ ਜਿਹੜੀਆਂ ਨੇ ਉਹਦੇ ਇਫੈਕਟ ਕਿਤੇ ਤੁਹਾਡੇ ਸਾਈਡ ਇਫੈਕਟ ਦੇ ਵਿੱਚ ਬਦਲਣੇ ਸ਼ੁਰੂ ਹੋ ਜਾਂਦੇ ਆ। ਜਿਮ ਨਾ ਜਾਣਾ, ਕਸਰਤ ਨਾ ਕਰਨੀ, ਘਰ ਦੇ ਕੰਮਾਂ 'ਚ ਬਿਜ਼ੀ ਰਹਿਣਾ, ਸਟ੍ਰੈਸ ਜ਼ਿਆਦਾ ਰਹਿਣਾ, ਪਾਣੀ ਘੱਟ ਪੀਣਾ, ਇਹ ਵੀ ਕਿਤੇ ਨਾ ਕਿਤੇ ਇਫੈਕਟ ਤੁਹਾਡੀ ਡ੍ਰੌਪਿੰਗ ਸਿਸਟਮ 'ਚ ਤੇ ਲਕੂਰੀਏ ਦੇ ਵਿੱਚ ਕਿਤੇ ਨਾ ਕਿਤੇ ਕੰਮ ਕਰਦਾ ਗਾ ਜੀ। ਫਿਰ ਕਈ ਵਾਰ ਵੈਜੀ ਕੀ ਹੁੰਦਾ ਕਿ ਫਲੋ ਕਈ ਵਾਰ ਬਹੁਤ ਜ਼ਿਆਦਾ ਹੋ ਜਾਂਦਾ ਹੈ, ਕਈ ਵਾਰ ਬਹੁਤ ਘੱਟ ਹੋ ਜਾਂਦਾ ਹੈ, ਇਹ ਵੀ ਕਿਤੇ ਨਾ ਕਿਤੇ ਸੰਕੇਤ ਹੈ। ਦੇਖੋ ਜੀ, ਹੁਣ ਤੁਸੀਂ ਮਾਹਵਾਰੀ ਦੇ ਦਿਨਾਂ ਦੇ ਵਿੱਚ, ਮੈਂ ਸਿੰਪਲ ਉਦਾਹਰਣ ਹੈ ਕਿ ਮਾਹਵਾਰੀ ਪਰਸੋਂ ਨੂੰ ਆਉਣੀ ਹੈ, ਲੇਡੀਜ਼ ਨੂੰ ਪਤਾ ਕਿ 20 ਤਰੀਕ ਪਰਸੋਂ ਨੂੰ ਮਾਹਵਾਰੀ ਆਉਣੀ ਸੀ, ਤੇ ਮਾਹਵਾਰੀ ਦੇ ਦਿਨਾਂ ਦੇ ਵਿੱਚ ਅਸੀਂ ਰੈਗੂਲਰ ਖਜੂਰਾਂ ਖਾ ਰਹੇ ਹਾਂ, ਛੁਹਾਰੇ ਖਾ ਰਹੇ ਹਾਂ, ਬਦਾਮ ਚੱਬ ਰਹੇ ਹਾਂ, ਰਾਤ ਨੂੰ ਸੌਣ ਲੱਗੇ ਕਾਜੂ ਖਾ ਰਹੇ ਹਾਂ, ਤੇ ਦੁੱਧ ਦੀ ਮਾਤਰਾ ਵਧਾ ਰਹੇ ਹਾਂ, ਉਹਦੇ ਨਾਲ ਹੀਟ ਵਧਣੀ ਹੈ ਤੇ ਜਿਹਨੇ ਮਾਹਵਾਰੀ ਦਾ ਫਲੋ ਤੇਜ਼ ਕਰ ਦੇਣਾ ਗਾ। ਜਾਂ ਫਿਰ ਅਸੀਂ ਠੰਡੀਆਂ ਚੀਜ਼ਾਂ ਖਾ ਰਹੇ ਹਾਂ, ਅਸੀਂ ਸ਼ੌਂਕੀਆ ਤੌਰ 'ਤੇ ਜਿਹੜੀ ਚੀਜ਼ ਦਾ ਸੁਭਾਅ ਕਰਦੇ ਹਾਂ, ਆਈਸਕ੍ਰੀਮ ਦਾ ਸੁਭਾਅ ਗਰਮ ਹੈ ਪਰ ਜੀਭ ਤਾਂ ਠੰਡੀ ਲੱਗਦੀ ਹੈ, ਬਰਫ਼ ਦਾ ਸੁਭਾਅ ਗਰਮ ਹੈ ਪਰ ਲੱਗਦੀ ਠੰਡੀ ਹੈ। ਹੁਣ ਅਸੀਂ ਰਾਤ ਨੂੰ ਸ਼ੌਂਕੀਆ ਤੌਰ 'ਤੇ ਕਹਿੰਦੇ ਹਾਂ ਵੀ ਚਲੋ ਸਰਦੀ ਹੈ ਤਾਂ ਕੀ ਹੋ ਗਿਆ, ਅਸੀਂ ਆਈਸਕ੍ਰੀਮ ਖਾਂਦੇ ਹਾਂ, ਉਹ ਕਿਤੇ ਨਾ ਕਿਤੇ ਇਫੈਕਟ ਜਿਹੜਾ ਹੈਗਾ ਉਹਨੇ ਆਪਣਾ ਸੁਭਾਅ ਤੁਹਾਡੀ ਬੋਡੀ ਦੇ ਵਿੱਚ ਛੱਡ ਕੇ ਜਾਣਾ। ਇਸ ਕਰਕੇ ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ, ਜਦੋਂ ਤੱਕ ਡਾਈਟ ਪਲਾਨ ਨੂੰ ਨਹੀਂ ਸਮਝਾਂਗੇ, ਜਦੋਂ ਤੱਕ ਸਰੀਰਕ ਤੋਂ ਬਣਤਰ ਤੇ ਉਹ ਦੋਨੇ ਚੀਜ਼ਾਂ ਨੇ ਉਹਨਾਂ ਨੂੰ ਨਹੀਂ ਸਮਝਾਂਗੇ। ਬਹੁਤ ਸਾਰੇ ਬੰਦੇ ਸਰਦੀ ਦੇ ਵਿੱਚ ਵਿਆਹ 'ਤੇ ਗਏ ਤੇ ਵਿਆਹ 'ਤੇ ਜਾ ਕੇ ਹਰੇਕ ਚੀਜ਼ ਨੂੰ ਛਕੀ ਜਾਂਦੇ ਆ, ਉਹ ਛਕਣ ਵਾਲੀ ਚੀਜ਼ ਤੇ ਡੇਟ ਜਿਹੜੀ ਮਾਹਵਾਰੀ ਆਉਣੀ ਹੈ ਉਹ ਦੋਨੇ ਚੀਜ਼ਾਂ 'ਤੇ ਡਿਪੈਂਡ ਕਰਦੀ। ਹਰ ਚੀਜ਼ ਤੁਹਾਡੇ ਵਾਸਤੇ ਨਹੀਂ ਬਣੀ, ਖਾਸ ਕਰਕੇ ਔਰਤਾਂ ਦੇ ਵਿੱਚ ਇਹ ਗੱਲ ਖਿਆਲ ਰੱਖਣ ਵਾਲੀ ਹੈ। ਔਰ ਇਹਦੇ ਨਾਲ ਇੱਕ ਚੀਜ਼ ਮੈਂ ਵਿਸ਼ੇਸ਼ ਤੌਰ 'ਤੇ ਦੱਸਣੀ ਚਾਹੁੰਦਾ, ਜਿਵੇਂ ਲੀਵਰ ਸੋਰਾਈਸਿਸ ਹੈ, ਔਰਤਾਂ ਦੇ ਵਿੱਚ ਲੀਵਰ ਦੀ ਬਹੁਤ ਵੱਡੀ ਪ੍ਰੋਬਲਮ ਹੋ ਰਹੀ ਹੈ। ਇਹਦੇ ਨਾਲ ਔਰਤਾਂ ਦੇ ਵਿੱਚ ਮਾਹਵਾਰੀ ਦੀ ਜਦੋਂ ਬਹੁਤ ਜ਼ਿਆਦਾ ਫਲੋ ਹੈ, ਔਰਤਾਂ ਦੇ ਵਿੱਚ ਜ਼ਖਮ ਹੋ ਰਿਹਾ, ਮਾਹਵਾਰੀ ਦਾ ਕੈਂਸਰ ਹੋ ਰਿਹਾ, ਬੱਚਾਦਾਨੀ ਦਾ ਕੈਂਸਰ ਹੋ ਰਿਹਾ, ਮਾਹਵਾਰੀ ਦੇ ਫਲੋ ਦੇ ਨਾਲ ਚਰਬੀ ਖੁਰ ਕੇ ਆਉਣੀ ਸ਼ੁਰੂ ਹੋ ਜਾਂਦੀ ਹੈ, ਬਦਬੂਦਾਰ ਪਾਣੀ ਆਉਣ ਲੱਗ ਜਾਂਦਾ ਗਾ, ਸਮੈਲ ਆਉਂਦੀ ਆਪਦੇ ਆਪ ਨੂੰ, ਔਰ ਹੌਲੀ ਹੌਲੀ ਹੱਥ ਪੈਰ ਸੌਣ ਲੱਗ ਜਾਂਦੇ ਆ। ਅਤੇ ਉਮਰ ਤੋਂ ਪਹਿਲਾਂ ਜਿਹੜੇ 50-60 ਸਾਲ ਦੀ ਆਯੂ ਦੇ ਵਿੱਚ ਜਾ ਕੇ ਆਪਰੇਸ਼ਨ ਸੀਗਾ, ਮੈਂ ਤੁਹਾਨੂੰ ਹੈਰਾਨੀਜਨਕ ਗੱਲ ਦੱਸਦਾ ਕਿ ਮੇਰੇ ਕੋਲ ਇੰਨੀ ਵੱਡੀ ਤਾਦਾਦ ਦੇ ਵਿੱਚ ਔਰਤਾਂ ਦੇ ਪੇਸ਼ੈਂਟਸ ਜਿਹੜੇ ਸਾਡੇ ਕੋਲ ਆਉਂਦੇ ਆ, ਉਮਰ ਤੋਂ ਪਹਿਲਾਂ ਹੀ ਉਹਨਾਂ ਦੇ 20-25-30 ਸਾਲ ਦੀ ਉਮਰ ਹੈ, ਹਜੇ 30 ਸਾਲ ਦੀ ਉਮਰ ਦੇ ਵਿੱਚ ਉਹ ਕਹਿੰਦੇ ਬੱਚਾਦਾਨੀ ਕਢਾਤੀ ਜੀ ਅਸੀਂ ਆਪਰੇਸ਼ਨ ਕਰਾ ਕੇ। ਮੈਂ ਕਿਹਾ ਕਿਉਂ ਕਢਾਤੀ? ਕਹਿੰਦੇ ਜੋ ਸੰਕੇਤ ਇਹੋ ਜਿਹੇ ਸੀ ਵੀ ਲਕੂਰੀਆ ਹੀ ਇੰਨਾ ਵੱਧ ਗਿਆ, ਤਾਂ ਉਹ ਫਿਰ ਜ਼ਿਆਦਾ ਬੈਟਰ ਹੈ ਕਿ ਉਹ ਬੱਚਾਦਾਨੀ ਨੂੰ ਕੱਢ ਦਿੱਤਾ ਜਾਂਦਾ। ਲੇਕਿਨ ਉਹਦੇ ਨਾਲ ਬੱਚਾਦਾਨੀ ਕੱਢਣ ਤੋਂ ਬਾਅਦ ਜਿਹੜਾ ਗ੍ਰਸਤੀ ਜ਼ਿੰਦਗੀ ਹੈ ਉਹ ਬਿਲਕੁਲ ਹੀ ਹੌਲੀ ਕਿਤੇ ਨਾ ਕਿਤੇ ਆਦਮੀ ਦੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਅਤੇ ਫਿਰ ਇਹਦਾ ਕੋਈ ਹੱਲ ਹੈ? ਆਯੁਰਵੈਦ ਦੇ ਵਿੱਚ ਬਹੁਤ ਵੱਡੇ ਨੁਸਖੇ ਨੇ ਤੁਹਾਡੇ ਕੋਲ, ਘਰੇਲੂ ਵੀ ਨੇ ਅਤੇ ਤੁਹਾਡੀ ਕੁਦਰਤੀ ਵੀ ਨੇ ਤੁਹਾਡੇ ਕੋਲ। ਕੋਈ ਇੱਦਾਂ ਦਾ ਨੁਸਖਾ ਹੈ ਕਿ ਜਦੋਂ ਸਟਾਰਟ ਦੇ ਵਿੱਚ ਤੁਹਾਡੇ ਨਾਲ ਕੋਈ ਸੰਪਰਕ ਕਰੇ, ਤੁਹਾਡੇ ਕੋਲ ਕੋਈ ਕੰਸਲਟੈਂਟ ਕਰੇ, ਕੰਸਲਟ ਕਰੇ ਤੁਹਾਡੇ ਨਾਲ, ਤਾਂ ਉਹ ਬੱਚੇਦਾਨੀ ਨੂੰ ਕਢਾਉਣ ਤੋਂ ਬਚਾ ਹੋ ਸਕੇ ਉਹਨਾਂ ਦਾ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਔਰਤਾਂ ਵਾਸਤੇ ਜਿਵੇਂ ਅਸੀਂ ਬਹੁਤ ਸਾਰੇ ਸਪਾ ਹੈਗੇ ਆ, ਬੋਡੀ ਦੇ ਉੱਤੇ ਆਇਲ ਤੇਲ ਲਾਉਣਾ ਜ਼ਰੂਰੀ ਹੈ। ਬੱਚਾ ਪੈਦਾ ਆਪਰੇਸ਼ਨ ਵੀ ਇਹਦਾ ਇੱਕ ਮੁੱਖ ਕਾਰਨ ਹੈ। ਬਹੁਤ ਸਾਰੀਆਂ ਔਰਤਾਂ ਦੇ ਵਿੱਚ ਬੱਚਾ ਪੈਦਾ ਕਰਨ ਵੇਲੇ ਆਪਰੇਸ਼ਨ ਹੋ ਗਿਆ, ਪਿੱਠ ਦੇ ਵਿੱਚ ਟੀਕਾ ਲੱਗ ਗਿਆ। ਮੇਰੇ ਕੋਲ ਤਕਰੀਬਨ ਹਜ਼ਾਰਾਂ ਬੰਦੇ ਇਸ ਤਰ੍ਹਾਂ ਦੇ ਆਏ ਜਿਨ੍ਹਾਂ ਦੀ ਬੈਕ ਦੇ ਵਿੱਚ ਟੀਕਾ ਲੱਗਣ ਦੇ ਨਾਲ ਬੈਕ ਪੇਨ ਹੋ ਰਹੀ ਆ, ਹੱਥ ਪੈਰ ਸੌਂ ਰਹੇ ਆ, ਲੱਤਾਂ ਸੌਂਦੀਆਂ ਨੇ, ਅਤੇ ਡਰੇਨ ਸਿਸਟਮ ਬਹੁਤ ਜ਼ਿਆਦਾ ਹੈਗਾ ਜੀ। ਵਿਟਾਮਿਨ D3 ਘੱਟ ਰਿਹਾ ਗਾ, ਵਿਟਾਮਿਨ 12 ਘੱਟ ਰਿਹਾ ਗਾ, ਜਾਂ ਹੋਰ ਬਹੁਤ ਸਾਰੇ ਮਲਟੀ ਵਿਟਾਮਿਨਸ ਜਿਹੜੇ ਨੇ ਉਹ ਘਟਦੇ ਆ, ਤੱਤ ਘਟਦੇ ਆ। ਦੂਸਰੀ ਗੱਲ ਹੈ ਕਿ ਜਿਹੜਾ ਤੁਹਾਡਾ ਆਯੁਰਵੇਦ ਦੇ ਵਿੱਚ ਇਹਦੇ ਬਹੁਤ ਸਾਰੇ ਇਲਾਜ ਹੈਗੇ, ਲੇਕਿਨ ਇਲਾਜ ਤਾਂ ਕਾਮਯਾਬ ਹੋਣਾ ਗਾ ਜੇ ਤੁਸੀਂ ਉਸ ਚੀਜ਼ ਦੇ ਉੱਤੇ ਪੂਰੇ ਪਰਪੱਕ ਹੋ। ਹੁਣ ਜੇ ਖਾਣ ਪੀਣ ਦੇ ਨਾਲ ਤੁਸੀਂ ਨਹੀਂ ਛੱਡੋਗੇ, ਜਿਵੇਂ ਮੈਂ ਤੁਹਾਨੂੰ ਸਿੰਪਲ ਦੱਸਿਆ ਵੀ ਰਸੌਲੀ ਹੈ, ਅਤੇ ਮਾਹਵਾਰੀ ਦੇ ਦਿਨਾਂ ਦੇ ਵਿੱਚ ਅਗਰ ਤੁਸੀਂ 3-4-5 ਦਿਨ ਚਿੱਟੀਆਂ ਚੀਜ਼ਾਂ, ਦੁੱਧ ਤੋਂ ਬਣੀਆਂ ਚੀਜ਼ਾਂ ਛੱਡ ਦੋਗੇ ਤਾਂ PCOD ਤੋਂ ਬਚਿਆ ਜਾ ਸਕਦਾ। ਲੇਕਿਨ ਅਸੀਂ ਦੁੱਧ ਪੀਣੋਂ ਨਹੀਂ ਹਟਾਂਗੇ ਤਾਂ ਫਿਰ ਅਸੀਂ ਆਪਣੇ ਆਪ ਹੀ ਸਹੇੜ ਰਹੇ ਹਾਂ ਇੱਕ ਬਿਮਾਰੀ ਨੂੰ। ਫਿਰ ਦੂਸਰੀ ਗੱਲ ਹੈ ਕਿ ਅਗਰ ਬੱਚਿਆਂ ਨੂੰ, ਜਿਵੇਂ ਹੁਣ ਮੇਰੇ ਕੋਲ ਬਹੁਤ ਸਾਰੇ ਕੇਸ ਆਏ ਆ ਕਿ 20 ਸਾਲ ਦੀ ਕੁੜੀਆਂ ਤੱਕ ਇਸ ਤਰ੍ਹਾਂ ਦੇ ਬੱਚੇ ਆਏ ਆ, ਜਾਂ ਤਾਂ ਜਿਨ੍ਹਾਂ ਨੂੰ ਮਾਹਵਾਰੀ ਬਹੁਤ ਜ਼ਿਆਦਾ ਤੇਜ਼ ਆ ਰਹੀ ਹੈ, ਅਤੇ ਜਾਂ ਬਿਲਕੁਲ ਹੀ ਡੇਟ ਨਹੀਂ ਆ ਰਹੀ।
ਡੇਟ ਹੀ ਨਹੀਂ ਆਉਂਦੀ ਜੀ 3-3 4-4 ਮਹੀਨੇ 5-5 ਮਹੀਨੇ। ਹੁਣ ਉਹਨਾਂ ਦੇ ਵਿੱਚ ਖੁਰਾਕ ਦਾ ਤੱਤ ਦਾ ਬਹੁਤ ਅਸਰ ਆ। ਉਹ ਕਹਿੰਦੇ ਜੀ ਮੈਂ ਬੈਂਗਣ ਨਹੀਂ ਖਾਂਦੀ, ਭਿੰਡੀ ਨਹੀਂ ਖਾਂਦੀ, ਕਰੇਲਾ ਨਹੀਂ ਖਾਂਦੀ, ਫਾਸਟ ਫੂਡ ਜ਼ਿਆਦਾ ਖਾਂਦੀ ਆ, ਮੈਂ ਤਾਂ 버ਗਰ ਪੀਜ਼ਾ ਨਿਊਡਲ ਖਾਂਦੀ ਆ। ਉਹ ਚੀਜ਼ਾਂ ਨੇ ਕਿਤੇ ਨਾ ਕਿਤੇ ਤਾਕਤ ਦਾ ਤੱਤ ਕੀ ਹੈ, ਸਰੋਤ ਕੀ ਹੈ, ਨਿਊਟ੍ਰੀਸ਼ਨ ਵੈਲਿਊ ਕੀ ਹੈ ਜੀ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਟਰੀਟ ਫੂਡ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਜੇ ਜੋੜੀਏ, ਬਾਹਰਲੇ ਲੋਕਾਂ ਦੀਆਂ ਅਸੀਂ ਰੀਸਾਂ ਤਾਂ ਕਰਨੀਆਂ ਸ਼ੁਰੂ ਕਰਤੀਆਂ 버ਗਰ ਪੀਜ਼ਿਆਂ ਦੇ ਨਾਲ, ਪਰ ਉਹਨਾਂ ਕੋਲੇ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ। ਹੁਣ ਮੈਂ ਜੇ ਆਮ ਲੋਕਾਂ ਨੂੰ ਸਵਾਲ ਮੈਂ ਕਰਦਾ, ਉਹ ਕਹਿੰਦੇ ਜੀ ਮੈਂ ਕਿਹਾ ਖਾਂਦੇ ਕੀ ਹੋ, ਕਹਿੰਦੇ ਜੀ ਛੋਲੇ ਟਿੱਕੀ, ਗੋਲ ਗੱਪੇ, 버ਗਰ ਪੀਜ਼ਾ ਨਿਊਡਲ। ਮੈਂ ਕਿਹਾ ਇਹਦੀ ਨਿਊਟ੍ਰੀਸ਼ਨ ਵੈਲਿਊ ਕੀ ਆ? ਗੋਲ ਗੱਪਿਆਂ ਦੀ ਕੀ ਨਿਊਟ੍ਰੀਸ਼ਨ ਵੈਲਿਊ ਆ? ਗੋਰਿਆਂ ਨੇ ਮੱਛੀ ਖਾਣੀ ਹੈ ਜਾਂ ਕੋਈ ਹੋਰ ਚੀਜ਼ ਖਾਣੀ, ਮੈਂ ਉਹਨੂੰ ਬੜਾਵਾ ਨਹੀਂ ਦੇ ਰਿਹਾ, ਲੇਕਿਨ ਉਹਦੀ ਇੱਕ ਨਿਊਟ੍ਰੀਸ਼ਨ ਵੈਲਿਊ ਆ। ਲੇਕਿਨ ਉਹ ਨਿਊਟ੍ਰੀਸ਼ਨ ਵੈਲਿਊ ਜਦੋਂ ਘਟਦੀ ਹੈ, ਬੱਚੇ ਦੇ ਅੰਦਰ ਫਲੋ ਨਹੀਂ ਆਉਂਦਾ, ਖੂਨ ਬਣਦਾ ਨਹੀਂਗਾ, ਖੂਨ ਨਾ ਹੋਣ ਕਰਕੇ ਮੂੰਹ 'ਤੇ ਦਾੜੀ, ਸੁੰਦਰਤਾਪਨ। ਔਰ ਇੱਕ ਚੀਜ਼ ਇਹਦੇ ਵਿੱਚ ਮੈਂ ਨਾਲ ਤੁਹਾਨੂੰ ਜ਼ਰੂਰ ਵਿਸ਼ੇਸ਼ ਤੌਰ 'ਤੇ ਦੱਸਣੀ ਚਾਹੁੰਦਾ ਹੈ। ਅੱਜ ਤੋਂ 20-25 ਸਾਲ ਪਹਿਲਾਂ ਨਾ ਜੀ, ਜਿਹੜੇ ਬੱਚੇ ਸੀਗੇ, ਕੁੜੀਆਂ ਸੀ ਜਾਂ ਬੱਚੇ ਸੀਗੇ, ਚਿੱਤੜਾਂ ਤੇ ਮਾਊ ਲੜਦੇ ਸੀ, ਉਹਨਾਂ ਦੇ ਫੋੜੇ ਨਿਕਲਦੇ ਸੀ, ਫਿੰਸੀਆਂ ਨਿਕਲਦੀਆਂ ਸੀ, ਮੂੰਹ ਤੇ ਕਿੱਲ ਛਾਈਆਂ। ਜਵਾਨੀ ਦੀ ਵੀ ਲੋਕ ਉਹਨੂੰ ਨਿਸ਼ਾਨੀ ਕਹਿੰਦੇ ਹੁੰਦੇ ਸੀ ਵੀ 18 ਸਾਲ ਦਾ ਮੁੰਡਾ ਹੋ ਗਿਆ, ਮੂੰਹ ਤੇ ਪਿੰਪਲਸ ਨਿਕਲਦੇ ਆ। ਤੇ ਅੱਜ ਤਾਂ ਆ ਮਾੜੀ ਜੀ ਪਿੰਨ ਜਿੰਨੀ ਡਰੋਪ ਜਿੰਨੀ ਫਿੰਸੀ ਨਿਕਲਦੀ ਹੈ, ਤੇ ਲਾ ਕੇ ਕਰੀਮ ਅਸੀਂ ਉਹਦਾ ਮੂੰਹ ਬੰਦ ਕਰ ਦਿੰਦੇ ਹਾਂ। ਫੋੜੇ ਫਿੰਸੀਆਂ ਨਿਕਲਣੋਂ ਹਟ ਗਏ, ਮਾਊ ਲੜਨੋਂ ਹਟ ਗਏ। ਅੱਗੇ ਬਰਨਾਮਾ ਪਾਕਾ, ਸਾਡੇ ਤੋਂ ਪਿਛਲੀ ਪੀੜ੍ਹੀ 'ਚ ਬਰਨਾਮਾ ਤੇ ਪਾਕਾ ਵੀ ਹੁੰਦਾ ਰਿਹਾ ਗਾ। ਉਹ ਜਿਹੜੀ ਪਾਕ ਨਿਕਲਦੀ ਸੀ ਨਾ, ਉਹ ਗੰਦਾ ਖੂਨ ਸਾਡੇ 'ਚੋਂ ਨਿਕਲਦਾ ਸੀ ਤੇ ਸਾਡੇ ਬਲੱਡ ਨੂੰ ਰਿਫਾਈਨ ਕਰਦਾ ਸੀਗਾ। ਅੱਜ ਤਾਂ ਅਸੀਂ ਮਾਊ ਲੜਨੋਂ ਨਿਆਣਿਆਂ ਦੇ ਹਟ ਗਏ, ਹਾਲਾਂਕਿ ਅਸੀਂ ਹਗੀਜ਼ ਵਗੈਰਾ ਤੇ ਹੋਰ ਸਾਰੀਆਂ ਚੀਜ਼ਾਂ ਬੰਨ੍ਹਦੇ ਹਾਂ। ਉਹ ਕਿਤੇ ਨਾ ਕਿਤੇ ਇਫੈਕਟ ਕਰਦਾ ਤੁਹਾਡੀ ਬੋਡੀ ਦੇ ਵਿੱਚ, ਤੁਹਾਡੀ ਬਣਤਰ ਦੇ ਵਿੱਚ। ਵਿਆਹ ਤੋਂ ਬਾਅਦ ਲਕੋਰੀਏ ਦੇ ਇੰਨੇ ਕੁ ਪੇਸ਼ੈਂਟਸ ਆਏ ਆ ਜਿਨ੍ਹਾਂ ਨੇ ਗ੍ਰਸਤੀ ਜ਼ਿੰਦਗੀ ਦੇ ਵਿੱਚ ਉਹ ਕਹਿੰਦੇ ਵੀ ਉਹ ਆਨੰਦਮਈ ਜੀਵਨ ਸਾਡਾ ਖਤਮ ਹੋ ਗਿਆ। ਤੇ ਹੌਲੀ ਹੌਲੀ ਚਿੜਚਿੜਾਪਨ, ਗੁੱਸਾ ਆਉਣਾ, ਕਮਜ਼ੋਰ ਬੰਦੇ ਨੂੰ ਜ਼ਿਆਦਾ ਆਉਣਾ। ਆਯੁਰਵੇਦ 'ਚ ਤੇ ਬਹੁਤ ਤਰ੍ਹਾਂ ਦੇ ਇਲਾਜ ਹੈਗੇ ਆ, ਪਰ ਇਲਾਜ ਉਹੀ ਕਾਮਯਾਬ ਹੈ ਜਿਹੜੀ ਗੱਲ ਨੂੰ ਤੁਸੀਂ ਪੂਰੇ ਡਾਈਟ ਚਾਰਟ ਨੂੰ ਫੋਲੋ ਕਰਕੇ ਮੈਡੀਸਨ ਲੈਂਦੇ ਹੋ ਜੀ। ਤੇ ਡਾਕਟਰ ਸਾਹਿਬ, ਕੋਈ ਹੋਰ ਜਿਹੜਾ ਸੁਨੇਹਾ ਤੁਸੀਂ ਇਸ ਵੀਡੀਓ ਜ਼ਰੀਏ ਸਾਡੀਆਂ ਪੰਜਾਬ ਦੀਆਂ ਧੀਆਂ ਜਾਂ ਸਾਨੂੰ ਸੁਣਨ ਵਾਲਿਆਂ ਵਾਸਤੇ ਕੋਈ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਦੇ ਸਕਦੇ ਹੋ। ਦੇਖੋ ਜੀ, ਮੈਂ ਲੋਕਾਂ ਨੂੰ ਇੱਕੋ ਗੱਲ ਕਹਿਣਾ ਕਿ ਜਦੋਂ ਤੁਸੀਂ ਬੱਚਿਆਂ ਦੀ ਜ਼ਿੰਦਗੀ 'ਚ ਅਗਰ ਖੁਸ਼ਹਾਲੀ ਗ੍ਰਸਤੀ ਜ਼ਿੰਦਗੀ ਦੇ ਵਿੱਚ ਚਾਹੁੰਦੇ ਹੋ ਤਾਂ ਮਾਹਵਾਰੀ ਨੂੰ ਵਿਸ਼ੇਸ਼ ਤੌਰ 'ਤੇ ਖਿਆਲ 'ਚ ਰੱਖੋ। ਦੂਸਰੀ ਗੱਲ, ਜਿਨ੍ਹਾਂ ਨੂੰ ਮਾਹਵਾਰੀ ਨਹੀਂ ਆਉਂਦੀ, ਪੀਰੀਅਡ ਨਹੀਂ ਆਉਂਦੇ, ਉਹਦਾ ਪੂਰਾ ਧਿਆਨ ਰੱਖੋ। ਪੀਰੀਅਡ ਲਿਆਉਣ ਵਾਸਤੇ ਕੀ ਯਤਨ ਕਰਦੇ ਆ, ਜਾਂ ਬਹੁਤ ਸਾਰੇ ਬੱਚਿਆਂ ਦੇ ਅੰਦਰ ਗ੍ਰਸਤੀ ਜ਼ਿੰਦਗੀ ਤੋਂ ਬਾਅਦ ਅਗਰ ਲਕੂਰੀਆ ਦਾ ਡ੍ਰੌਪਿੰਗ ਸਿਸਟਮ ਆ, ਖਾਜ ਹੁੰਦੀ ਆ, ਇੰਦਰੀਆਂ ਦੇ ਉੱਤੇ ਵਜਾਈਨਾ 'ਤੇ ਖਾਜ ਹੋ ਰਹੀ ਹੈ, ਖਾਰਿਸ਼ ਹੋ ਰਹੀ ਹੈ, ਪਿੰਡੇ 'ਤੇ ਖਾਜ ਹੁੰਦੀ ਹੈ, ਕੱਪੜੇ ਬਦਲਣ ਵੇਲੇ ਖਾਜ ਹੁੰਦੀ ਹੈ, ਜਾਂ ਫਿਰ ਬੱਚਾ ਪੈਦਾ ਹੋਣ ਤੋਂ ਬਾਅਦ ਬ੍ਰੈਸਟ ਦੇ ਵਿੱਚ ਦੁੱਧ ਨਹੀਂ ਆਉਂਦਾ, ਜਾਂ ਬ੍ਰੈਸਟ ਦੇ ਵਿੱਚ ਦੁੱਧ ਨਹੀਂ ਉਤਰਦਾ, ਤਾਂ ਉਸ ਖੁਰਾਕ ਤੱਕ ਅਗਰ ਤੁਸੀਂ ਉਹਨੂੰ ਲਿਜਾਣਾ, ਤੰਦਰੁਸਤ ਜੀਵਨ ਜਿਉਣਾ, ਤਾਂ ਉਹ ਡਾਈਟ ਪਲਾਨ ਨੇ ਅਲੱਗ-ਅਲੱਗ ਹਰ ਬੱਚੇ ਦੀ ਏਜ ਫੈਕਟਰ, ਤੁਹਾਡੀ ਫੈਮਿਲੀ ਮੁਤਾਬਕ ਉਹ ਅਸੀਂ ਡਾਈਟ ਪਲਾਨ ਬਣਾ ਕੇ ਦਿੰਦੇ, ਜਿਹੜੇ ਉਹਨਾਂ ਨੂੰ ਫੋਲੋ ਕਰਦੇ ਆ। ਅਤੇ ਬਹੁਤ ਪਰਿਵਾਰਾਂ ਦੇ ਵਿੱਚ ਅਸੀਂ ਉਹਦੇ 'ਚ ਖੁਸ਼ੀਆਂ ਲਿਆਉਣ ਦੇ ਵਿੱਚ ਕੋਸ਼ਿਸ਼ ਵੀ ਆ ਸਾਡੀ, ਅਤੇ ਬਾਕੀ ਜੋ ਪ੍ਰਮਾਤਮਾ ਨੇ ਕਰਨਾ, ਜਿਹੜੇ ਲੋਕ ਉਹਨਾਂ ਨੂੰ ਚਾਹੁੰਦੇ ਆ। ਜਿਵੇਂ ਹੁਣ ਬਹੁਤ ਸਾਰੇ ਪਰਿਵਾਰਾਂ 'ਚ ਮੈਂ ਦੇਖਿਆ ਕਿ ਸ਼ਾਦੀशुदा ਜ਼ਿੰਦਗੀ ਹੈ ਪਰ ਗ੍ਰਸਤੀ ਜ਼ਿੰਦਗੀ ਅੱਛੀ ਨਹੀਂ ਹੈਗੀ। ਫਿਰ ਉਹ ਜਿਹੜੀ ਗ੍ਰਸਤੀ ਜ਼ਿੰਦਗੀ ਨਹੀਂ ਠੀਕ ਹੈਗੀ, ਜਾਂ ਫਿਰ ਅਬੋਰਸ਼ਨ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਗਈ, ਹੀਟ ਵੱਧ ਗਈ, ਹੀਟ ਦੇ ਨਾਲ ਬੱਚਾ ਹੀ ਨਹੀਂ ਪੈਦਾ ਹੋ ਰਿਹਾ। ਜੇ ਬੱਚਾ ਪੈਦਾ ਹੋਇਆ ਪਹਿਲੇ ਦੂਜੇ ਮਹੀਨੇ ਤੀਜੇ ਮਹੀਨੇ ਆਪਣੇ ਆਪ ਹੀ ਅਬੋਰਸ਼ਨ ਹੋ ਗਈ, ਤਾਂ ਉੱਥੇ ਹੀਟ ਘਟਾਉਣ ਦੀ ਲੋੜ ਹੈ, ਕਿਉਂਕਿ ਬੱਚਾਦਾਨੀ ਦੀ ਹੀਟ ਨੇ ਆਪਣੇ ਆਪ ਹੀ ਜਿਹੜਾ ਉਹ ਤੁਹਾਡੇ ਬੱਚੇ ਨੂੰ ਮਿਸਕੈਰੇਜ ਕਰ ਦੇਣਾ। ਤੇ ਡਾਕਟਰ ਸਾਹਿਬ, ਜੇ ਤੁਹਾਨੂੰ ਮਿਲਣਾ ਹੋਵੇ, ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਦੇਖਣ ਵਾਲੇ, ਉਹਨਾਂ ਦਾ ਇਹ ਰਹਿੰਦਾ ਕਿ ਤੁਸੀਂ ਆਪਣਾ ਨੰਬਰ ਕਿਉਂ ਨਹੀਂ ਦਿੰਦੇ, ਨੰਬਰ ਵੀ ਬਹੁਤ ਸਾਰੇ ਮੰਗਦੇ ਨੇ, ਤੇ ਜੇਕਰ ਤੁਹਾਨੂੰ ਮਿਲਣਾ ਹੋਵੇ ਤੇ ਤੁਸੀਂ ਕਿੱਥੇ ਮਿਲਦੇ ਹੋ ਲੁਧਿਆਣੇ? ਦੇਖੋ ਜੀ, ਮੈਂ ਲੁਧਿਆਣੇ ਤਾਂ ਜਗਦੀਪ ਦਵਾਖਾਨਾ ਹੈਗਾ, ਤੇ ਜਾਂ ਫਿਰ ਸੇਮੇ ਭੁੱਚੋ ਦੇ ਨਾਲ ਸੇਮਾ ਪਿੰਡ ਆ, ਉੱਥੇ ਖੂਹੀ ਵਾਲਾ ਡੇਰਾ ਜਿਹੜਾ, ਉੱਥੇ ਵੀ ਅਸੀਂ ਐਜੂਕੇਟ ਕਰਦੇ ਹਾਂ ਬੱਚਿਆਂ ਨੂੰ। ਆਯੁਰਵੈਦਿਕ ਮੈਡੀਸਨਸ ਮੈਨੂਫੈਕਚਰਿੰਗ ਵੀ ਕਰਦੇ ਹਾਂ ਇੱਥੇ ਲੁਧਿਆਣੇ, ਬਾਹਰ ਵੀ ਦਵਾਈਆਂ ਬਣਾਉਂਦੇ ਹਾਂ, ਕੈਨੇਡਾ, ਅਮਰੀਕਾ, ਕਈ ਕੰਟਰੀਆਂ ਦੇ ਵਿੱਚ ਕੰਮ ਹੈਗਾ। ਲੇਕਿਨ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਵੀ ਬਹੁਤ ਸਾਰੇ ਬੰਦੇ ਲਾਂਭਾ ਇਹੀ ਦਿੰਦੇ ਆ ਕਿ ਤੁਸੀਂ ਮਿਲਦੇ ਨਹੀਂ, ਜਾਂ ਤੁਸੀਂ ਫੋਨ ਅਟੈਂਡ ਨਹੀਂ ਕਰਦੇ, ਜਾਂ ਫੋਨ ਅਟੈਂਡ ਤਾਂ ਕਰਦੇ ਹੋ ਤੇ ਉਹਦਾ ਜਵਾਬ ਨਹੀਂ ਆਉਂਦਾ। ਮੈਂ ਲੋਕਾਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਕਿ ਤੁਸੀਂ ਆਪਣੀ ਪ੍ਰੋਬਲਮ ਜਿਹੜੀ ਹੈ, ਮੈਂ
ਬੰਦਾ ਇਕੱਲਾ, ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ 1000 ਬੰਦੇ ਨੂੰ ਆਪਣੇ ਨਾਲ ਜੋੜਨ ਦੀ ਬਜਾਏ ਮੈਂ ਇੱਕ ਬੰਦੇ ਨੂੰ ਜੋੜਾਂ ਤਾਂ ਮੈਂ ਉਹਨੂੰ ਠੀਕ ਕਰ ਸਕਾਂ। ਮੈਂ ਭੀੜ ਇਕੱਠੀ ਨਾ ਕਰਾਂ, ਮੈਂ ਕੁਆਂਟੀਟੀ ਦੀ ਥਾਂ ਕੁਆਲਿਟੀ ਬਣਾਵਾਂ। ਮੇਰੇ ਨਾਲ ਦੇ ਵੈਦ ਹਕੀਮ ਬਹੁਤ ਸਾਰੇ ਨੇ, ਪ੍ਰਮਾਤਮਾ ਨੇ ਸਾਰਿਆਂ ਨੂੰ ਯੋਗਤ ਬਣਾਇਆ, ਆਪਦੇ ਮੁਤਾਬਕ ਹਰ ਬੰਦਾ ਚੰਗਾ ਕੰਮ ਕਰ ਰਿਹਾ, ਸਮਾਜ ਦੇ ਲਈ ਕੰਮ ਕਰ ਰਿਹਾ। ਲੇਕਿਨ ਹੁਣ ਜੇ ਮੈਂ ਤੁਹਾਨੂੰ ਗਾਈਡ ਕਰਦਾ ਕਿ ਤੁਸੀਂ ਮਾਹਵਾਰੀ ਦੇ ਵਿੱਚ, ਮੈਂ ਤੁਹਾਨੂੰ ਸਿੰਪਲ ਗੱਲ ਕਰਦਾ, ਅੱਜ ਅਸੀਂ ਸੈਸ਼ਨ ਸੀਗਾ 50 ਲੜਕੀਆਂ ਦਾ, ਅਸੀਂ ਉਹਨਾਂ ਨੂੰ ਕਿਹਾ ਵੀ ਮਾਹਵਾਰੀ ਦੇ ਵਿੱਚ ਦੁੱਧ ਨਹੀਂ ਪੀਣਾ, ਤੇ 25 ਦੇ ਹੁਣ ਸ਼ਾਮ ਤੱਕ ਫੋਨ ਆ ਗਏ ਜੀ ਮੇਰੀ ਦਾਦੀ ਕਹਿੰਦੀ ਹੈ ਵੀ ਤੂੰ, ਕਿਸੇ ਦੀ ਮਾਤਾ ਕਹਿੰਦੀ ਹੈ, ਕਿਸੇ ਦੇ ਪਿਤਾ ਜੀ ਕਹਿੰਦੇ ਵੀ ਇਹ ਗਲਤ ਗਾਈਡ ਕਰਤਾ ਜੀ ਵੀ ਤੁਸੀਂ ਦੁੱਧ ਪੀਣਾ ਹੀ ਪੀਣਾ। ਤੇ ਜੇ ਦੁੱਧ ਪੀਣਾ ਹੀ ਪੀਣਾ ਤੇ ਉੱਥੇ ਆਪਾਂ ਕਿਵੇਂ ਰੋਕ ਦਾਂਗੇ ਰਸੌਲੀਆਂ ਵਾਲੇ ਪਾਸੇ ਲਿਜਾਣ ਤੋਂ? 5 ਦਿਨ ਜੇ ਦੁੱਧ ਨਹੀਂ ਪੀਣਾ ਉਹਨੂੰ ਪ੍ਰੈਕਟੀਕਲ ਕਰਕੇ ਦੇਖ ਲਓ। ਤੁਹਾਡੇ ਅਸੀਂ ਦੁਸ਼ਮਣ ਨਹੀਂ ਗੇ, ਪਰ ਉਹ ਦੁੱਧ ਤੇ ਅੱਜ ਦੇ ਦੁੱਧ ਦਾ ਜ਼ਮੀਨ ਅਸਮਾਨ ਦਾ ਫਰਕ ਆ। ਚਲੋ ਅਸੀਂ ਤਾਂ ਦੁੱਧ ਪੀ ਕੇ ਕਹਿੰਦੇ ਆ ਵੀ ਬੱਚਿਆਂ ਨੇ ਦੁੱਧ ਪੀਣਾ, ਪੰਜਾਬ ਦਾ ਦੁੱਧ ਆ ਹੋਰ ਆ, ਕਰਨਾਟਕਾ, ਕੇਰਲਾ, ਤਾਮਿਲਨਾਡੂ, ਬੰਬੇ, ਰਾਜਸਥਾਨ, ਮੱਧ ਪ੍ਰਦੇਸ਼, ਉੱਥੇ ਕਿਹੜੇ ਦੁੱਧ ਪੀਂਦੇ ਆ? ਸਾਡੇ ਨਾਲੋਂ ਅਸੀਂ ਭਈਆਂ ਨੂੰ ਕਹੀ ਜਾਂਦੇ ਚੌਲ ਖਾਣੇ 'ਚ ਬੰਦੇ ਆ, ਤੇ ਚੌਲ ਕਿੱਲੇ ਦੇ ਵਿੱਚ ਲਾ ਕੇ ਪਿੱਠ ਤਾਂ ਸਿੱਧੀ ਕਰਦੇ, ਅਸੀਂ ਤਾਂ ਦੁੱਧ ਪੀਣ ਵਾਲੇ ਤੇ ਅੱਧੇ ਕਿੱਲੇ 'ਚ ਚੌਲ ਨਹੀਂ ਲੱਗਦੇ ਸਾਡੇ ਤੋਂ। ਇਸ ਕਰਕੇ ਕੋਈ ਜ਼ਰੂਰੀ ਨਹੀਂ ਗਾ ਵੀ ਅਸੀਂ ਐਵੇਂ ਘਾੜਤ ਕਰੀ ਚੱਲੀਏ ਗੱਲ, ਉਹਨੂੰ ਪ੍ਰੈਕਟੀਕਲ ਜ਼ਿੰਦਗੀ ਚੱਲੀਏ। ਜਿਹੜਾ ਦੁੱਧ ਅੱਜ ਤੋਂ 50 ਸਾਲ ਪਹਿਲਾਂ ਸੀ, ਅੱਜ ਉਹ ਦੁੱਧ ਨਹੀਂ ਹੈਗਾ। 50 ਸਾਲ ਪਹਿਲਾਂ ਆਰਗੈਨਿਕ ਚੀਜ਼ਾਂ ਸੀਗੀਆਂ, ਅੱਜ ਉਹ ਨਹੀਂ ਹੈਗੀਆਂ, ਤਾਂ ਸਾਨੂੰ ਸਮੇਂ ਮੁਤਾਬਕ ਬਦਲਣਾ ਚਾਹੀਦਾ। ਸੋ ਕੋਸ਼ਿਸ਼ ਆਪਾਂ ਵੀ ਕਰਦੇ ਹਾਂ, ਔਰ ਕੋਸ਼ਿਸ਼ ਕਰਕੇ ਲੋਕਾਂ ਤੱਕ ਪਹੁੰਚਣ ਦੀ। ਜਿਹੜੀ ਗੱਲ ਫੋਨ ਦੀ ਹੈ ਤਾਂ ਮੈਂ ਲੋਕਾਂ ਨੂੰ, ਮੇਰਾ WhatsApp ਨੰਬਰ ਵੀ ਹੈਗਾ, ਜਿਹੜੇ ਨੰਬਰ ਤੁਹਾਨੂੰ ਮਿਲਦੇ ਆ, ਤੁਸੀਂ ਆਪਣੀ ਗੱਲ ਬੋਲ ਕੇ ਰਿਕਾਰਡ ਕਰੋ, ਰਿਕਾਰਡ ਕਰਕੇ ਉਹ 'ਚ ਸਾਰਾ ਮੈਸੇਜ ਬਣਾ ਕੇ ਤੇ ਥੱਲੇ, ਹੁਣ ਮੈਂ ਤੁਹਾਨੂੰ ਸਿੰਪਲ ਗੱਲ ਆ, ਮੇਰਾ ਫੋਨ ਤੁਸੀਂ ਚੈੱਕ ਕਰ ਲਓ, ਇਹ 'ਚ 1500 ਮੈਸੇਜ ਆ। 1500 ਮੈਸੇਜ 'ਚ ਲੋਕਾਂ ਨੇ ਆਪਣੀਆਂ ਰਿਪੋਰਟਾਂ ਤਾਂ ਭੇਜਤੀਆਂ। ਹੁਣ ਕਿਹੜੇ ਬੰਦੇ ਨੇ ਰਿਪੋਰਟ ਭੇਜੀ, ਉਹ ਕਿਵੇਂ ਵਾਚ ਕਰੀਏ ਜੀ? ਜਦੋਂ ਅਸੀਂ ਰਿਪੋਰਟਾਂ ਭੇਜੀਆਂ, ਥੱਲੇ ਤੁਸੀਂ ਆਪਣਾ ਨਾਮ ਤੇ ਥੱਲੇ ਕੰਟੈਕਟ ਨੰਬਰ ਭੇਜੋ, ਤਾਂ ਕਿ ਬੰਦਾ ਜਿਹੜਾ ਤੁਹਾਨੂੰ ਫੀਡਬੈਕ ਦੇ ਰਿਹਾ ਉਹ ਪੁੱਛੇ ਵੀ ਭਾਈ ਗੁਰਲਾਲ ਸਿੰਘ ਜੀ ਤੁਸੀਂ ਰਿਪੋਰਟ ਭੇਜੀ ਹੈ, ਮੈਂ ਤੁਹਾਡੇ ਨਾਲ ਕੰਟੈਕਟ ਕਰ ਰਿਹਾ। ਜਦੋਂ ਥੱਲੇ ਪਤਾ ਹੀ ਨਹੀਂ ਲੱਗੂਗਾ ਤਾਂ ਫਿਰ ਉਹਦਾ ਆਪਾਂ ਫੀਡਬੈਕ ਕੀ ਦੇ ਸਕਾਂਗੇ? ਤੋ ਕੋਸ਼ਿਸ਼ ਸਾਡੀ ਇਹੀ ਹੈ ਕਿ ਹੋਰ ਲੋਕਾਂ ਨੂੰ ਐਜੂਕੇਟ ਕਰੀਏ, BAMS ਡਾਕਟਰਸ ਨੂੰ ਅਸੀਂ ਐਜੂਕੇਟ ਕਰਕੇ ਨਾਲ ਜੋੜੀਏ, ਰਲ ਮਿਲ ਕੇ ਸਮਾਜ ਦਾ ਭਲਾ ਕਰੀਏ। ਸਮਾਜ ਦੇ ਵਿੱਚ ਜਿਹੜੀ ਬੁਰਾਈ ਹੈ, ਉਹ ਬਿਮਾਰੀ ਜਿਹੜੀ ਲੱਗ ਰਹੀ ਹੈ, ਉਹਦੇ ਤੋਂ ਅਗਰ ਲੋਕਾਂ ਨੂੰ ਬਚਾਵਾਂਗੇ ਤੇ ਸਾਡਾ ਧਰਮ ਵੀ ਹੈ, ਔਰ ਇਹੀ ਗੱਲ ਸਾਨੂੰ ਸਿਖਾਈ ਜਾਂਦੀ ਹੈ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਵੈਦ ਜਗਦੀਪ ਜੀ, ਜਿਨ੍ਹਾਂ ਨੇ ਬੜੇ ਹੀ ਸਾਫ਼-ਸਾਫ਼ ਔਰ ਸਾਦੇ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਲਕੋਰੀਆ ਹੈਗਾ ਜਾਂ ਡ੍ਰੌਪਿੰਗ ਸਿਸਟਮ ਹੈਗਾ, ਜਿਹੜਾ ਬਿਮਾਰੀ ਅੱਜ ਕੱਲ੍ਹ ਚੱਲ ਰਹੀ ਹੈ, ਬਹੁਤ ਜ਼ਿਆਦਾ ਪਨਪ ਰਹੀ ਹੈ, ਉਸ ਨੂੰ ਕਿਸ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ ਤੇ ਉਸ ਦਾ ਇਲਾਜ ਹੈ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ। ਉਮੀਦ ਕਰਦਾ ਕਿ ਹਰੇਕ ਵੀਡੀਓ ਦੀ ਤਰ੍ਹਾਂ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਏਗੀ। ਅਗਰ ਫਿਰ ਵੀ ਤੁਹਾਡਾ ਕੋਈ ਸਵਾਲ ਇਸ ਵੀਡੀਓ ਨੂੰ ਲੈ ਕੇ ਜਾਂ ਆਪਣੀ ਬਿਮਾਰੀ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ ਹੈ ਜਾਂ ਕੋਈ ਸਵਾਲ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਖੜ ਸਕਦੇ ਹੋ। ਆਪਣਾ ਨੰਬਰ ਕਮੈਂਟ ਬਾਕਸ ਦੇ ਵਿੱਚ ਛੱਡ ਸਕਦੇ ਹੋ। ਡਾਕਟਰ ਸਾਹਿਬ ਨਾਲ ਜਿਹੜੀ ਟੀਮ ਜੁੜੀ ਹੋਈ ਹੈ ਤੁਹਾਡੇ ਨਾਲ ਸੰਪਰਕ ਜ਼ਰੂਰ ਕਰੇਗੀ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।